ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ। ਹਮੇਸ਼ਾ ਦੀ ਤਰ੍ਹਾਂ ਅਸੀਂ ਪੰਜਾਬ ਦੇ ਉਸ ਮੁੱਦੇ ਉੱਤੇ ਚਰਚਾ ਕਰਾਂਗੇ ਜਿਹਨੂੰ ਸਰਕਾਰਾਂ ਕਹਿ ਲਓ ਜਾਂ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਜਿਵੇਂ ਜਦੋਂ ਸਰਕਾਰਾਂ ਨੂੰ ਚੇਤੰਨ ਕਰਦੀਆਂ ਨੇ ਤਾਂ ਉਹਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਪਿੰਡ ਪੱਧਰ ਦੇ ਉੱਤੇ ਨਸ਼ਿਆਂ ਨੂੰ ਲੈ ਕੇ ਕਮੇਟੀਆਂ ਬਣ ਜਾਂਦੀਆਂ। ਰਾਜਪਾਲ ਸਾਹਿਬ ਬਾਰਡਰ ਏਰੀਆਜ਼ ਦੇ ਵਿੱਚ ਸਕੂਲਾਂ ਤੱਕ ਪਹੁੰਚ ਕਰਦੇ ਨੇ ਤੇ ਸਿਰਫ ਇੱਥੋਂ ਤੱਕ ਬਿਆਨ ਦੇ ਕੇ ਸੀਮਤ ਹੋ ਜਾਂਦੇ ਨੇ ਸਾਰੇ ਕਿ ਸਕੂਲ ਤੱਕ ਨਸ਼ਾ ਪਹੁੰਚ ਚੁੱਕਿਆ। ਘਰ ਤੱਕ ਪਹੁੰਚਿਆ ਹੋਇਆ ਤਾਂ ਸਕੂਲ ਤੱਕ ਤਾਂ ਬਹੁਤ ਵੱਡੀ ਗੱਲ ਇਸ ਤੋਂ ਉੱਪਰ ਹੋ ਜਾਂਦੀ ਹੈ। ਨੈਸ਼ਨਲ ਪੱਧਰ ਦੀਆਂ ਰਿਪੋਰਟਾਂ ਵੀ ਬਹੁਤ ਆਉਂਦੀਆਂ, ਨਸ਼ਾ ਫੜਿਆ ਵੀ ਜਾ ਰਿਹਾ ਆ, ਪਰ ਕਾਰਨ ਕੀ ਹੈ ਕਿ ਨਸ਼ਾ ਨਿਕਲ ਕਿੱਦਾਂ ਜਾਂਦਾ, ਨਸ਼ਾ ਸਕੂਲਾਂ ਦੇ ਵਿੱਚ ਪਹੁੰਚਿਆ ਕਿੱਦਾਂ। ਬੱਚਿਆਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਕਿ ਬੱਚੇ ਕਿਉਂ ਨਸ਼ਾ ਕਰਦੇ ਨੇ। ਵੱਡਿਆਂ ਬਾਰੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਜਾਂ ਹੋਰ ਜ਼ਿੰਮੇਵਾਰੀਆਂ ਨੇ ਜਾਂ ਆਦੀ ਹੋ ਜਾਂਦੇ ਨੇ, ਪਰ ਬੱਚਿਆਂ ਨੂੰ ਨਸ਼ਾ ਕੌਣ ਦੇ ਰਿਹਾ, ਇਹ ਸਵਾਲ ਹੈ। ਅਸੀਂ ਇਹਦੇ ਉੱਤੇ ਚਰਚਾ ਕਰਾਂਗੇ ਤੇ ਅਖੀਰ ਸਵਾਲ ਹੋਏਗਾ ਕਿ ਆਖਿਰਕਾਰ ਇਹਦਾ ਹੱਲ ਕੀ ਹੈ, ਕਿ ਕਿੱਦਾਂ ਮੋੜਾ ਪੈ ਸਕਦਾ ਆ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੁਹਾਡੇ ਰਾਹੀਂ ਜਿੰਨੇ ਵੀ ਵੇਖ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵੱਡਾ ਸਵਾਲ ਉਹੀ ਕਿ ਆਖਿਰਕਾਰ ਸਕੂਲਾਂ ਤੱਕ ਨਸ਼ਾ ਪਹੁੰਚ ਕਿਵੇਂ ਰਿਹਾ। ਇਹ ਮੈਂ ਰਿਪੋਰਟਾਂ ਪੜ੍ਹਦਾ ਕਿ ਵਿਦੇਸ਼ਾਂ 'ਚ ਵੀ ਇਹ ਹਾਲ ਹੈ। ਜੇ ਅਸੀਂ ਕਹਿ ਦਈਏ ਕਿ ਜੀ ਵਿਕਸਿਤ ਮੁਲਕ ਨਹੀਂ, ਇੱਥੇ ਜੀ ਐਜੂਕੇਸ਼ਨ ਦੀ ਘਾਟ ਹੈ, ਸਿੱਖਿਆ ਨਹੀਂ ਮਿਲਦੀ, ਪਰ ਜਦੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਜੀ ਨਸ਼ਾ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਵਿੱਚ ਸਿਆਸਤਦਾਨ ਵੀ ਲਿਪਤ ਹੁੰਦੇ ਨੇ, ਤਸਕਰਾਂ ਨੇ ਤਾਂ ਹੋਣਾ ਹੀ ਹੋਣਾ, ਹੋਰ ਵੀ ਬਹੁਤ ਇੰਟਰਸਟ ਜਿਹੜੇ ਹੁੰਦੇ ਨੇ ਇਹਦੇ ਵਿੱਚ ਰਲੇ ਹੁੰਦੇ ਨੇ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਹੀ ਕਿਉਂ, ਤੇ ਪੰਜਾਬ ਦੇ ਨਾਲ ਹੋਰ ਵੀ ਸਟੇਟਾਂ ਨੇ, ਕਸ਼ਮੀਰ ਤੋਂ ਵੀ ਆ ਪਿੱਛੇ ਜੇ ਖੇਪ ਫੜੀ ਗਈ, ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ। ਪਰ ਜਦੋਂ ਪੰਜਾਬ ਦੇ ਸਕੂਲਾਂ ਦੀ ਗੱਲ ਹੁੰਦੀ ਹੈ ਤਾਂ ਆਖਿਰਕਾਰ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਂ ਤੇ ਕਿਵੇਂ ਵਸ ਰਹੇ ਨੇ ਲੋਕ। ਦੇਖੋ, ਬਹੁਤ ਸਾਰੀਆਂ ਇਹਦੇ 'ਚ ਗੁੰਝਲਦਾਰ ਚੀਜ਼ਾਂ ਨੇ ਜਿਹੜੀਆਂ ਇਸ ਵੇਲੇ ਲੱਭੀਆਂ ਜਾ ਚੁੱਕੀਆਂ ਨੇ, ਜਿਨ੍ਹਾਂ ਵਿੱਚ ਮੈਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਕਿਵੇਂ ਕਿਸ ਢੰਗ ਨਾਲ ਪਹੁੰਚਦਾ ਜੇ, ਉਹੀ ਬੜਾ ਕਮਾਲ ਜੇ। ਟੌਫੀਆਂ ਦੇ ਜ਼ਰੀਏ, ਯਾਨੀ ਟੌਫੀਆਂ ਦੇ ਵਿੱਚ ਕਿਸ ਤਰੀਕੇ ਉਹ ਮਿਲਾ ਕੇ ਉਹਨਾਂ ਨੂੰ ਦਿੱਤਾ ਜਾਂਦਾ ਜੇ। ਬਰਥਡੇ ਕੇਕਸ ਦੇ ਵਿੱਚ ਕਿਵੇਂ ਸ਼ੇਅਰ ਕੀਤਾ ਜਾਂਦਾ ਜੇ, ਕਿਸ ਢੰਗ ਨਾਲ ਉਹਨਾਂ ਨੂੰ ਖੁਸ਼ਬੂ ਯਾਨੀ ਪਰਫਿਊਮ ਦੇ ਰਾਹੀਂ ਵੀ ਪਹੁੰਚਦਾ ਜੇ। ਰੋਲ ਔਨ ਸਟਿਕਸ ਮਿਲਦੀਆਂ ਨੇ ਜਿਹੜੀਆਂ ਕਿ ਤੁਸੀਂ ਜੀ ਖੁਸ਼ਬੂ ਆਏਗੀ, ਪਸੀਨਾ ਨਹੀਂ ਤੁਹਾਨੂੰ ਲੱਗੇਗਾ, ਉਹ ਤੁਸੀਂ ਲਾ ਲਓ, ਉਹਨਾਂ ਰਾਹੀਂ ਪਹੁੰਚ ਰਹੀਆਂ ਨੇ। ਸੋ ਸਪਰੇਜ਼ ਤੋਂ ਲੈ ਕੇ ਰੂਮ ਫਰੈਸ਼ਨਰਸ ਤੋਂ ਲੈ ਕੇ ਫੁੱਲ ਨੇ ਮਿਲਦੇ ਆ ਇਸ ਵੇਲੇ ਸੁੱਕੇ, ਜਿਨ੍ਹਾਂ ਰਾਹੀਂ ਇਹ ਨਸ਼ੇ ਦੀ ਚੀਜ਼ ਉਹਨਾਂ ਤੱਕ ਪਹੁੰਚ ਜਾਂਦੀ ਜੇ। ਚਿੰਗਮ ਦੇ ਰਾਹੀਂ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਉਹ ਲੈ ਸਕਦੇ ਹੋ, ਉਹਨਾਂ ਰਾਹੀਂ ਪਹੁੰਚਦੇ ਪਏ ਨੇ। ਪੇਨ ਕਿਲਰ ਡਰੱਗ, ਜਿਵੇਂ ਤੁਹਾਡੇ ਦਰਦ ਹੈ ਤਾਂ ਉਹਦੇ ਉੱਤੇ ਰੋਲ ਔਨ ਜਿਹੜੇ ਅੱਜ ਕੱਲ੍ਹ ਪੇਨ ਕਿਲਰਸ ਆਉਂਦੇ ਨੇ, ਉਹਨਾਂ ਵਿੱਚ ਵੀ ਇਹ ਚੀਜ਼ ਰਲ ਕੇ ਮਿਲ ਰਹੀ ਜੇ। ਸੋ ਹੁਣ ਤਾਂ ਤੁਸੀਂ ਹੈਰਾਨ ਹੋਵੋਗੇ, ਟੁੱਥ ਬਰੱਸ਼ ਤੱਕ ਦੇ ਵਿੱਚ ਇਹ ਚੀਜ਼ ਸਾਹਮਣੇ ਆ ਚੁੱਕੀ ਕਿ ਉਹਨਾਂ ਵਿੱਚ ਮਿਕਸ ਕਰਕੇ ਦਿੱਤਾ ਜਾ ਸਕਦਾ ਜੇ। ਕੋਕ ਤਾਂ ਖੈਰ ਆਮ ਹੀ ਪੁਰਾਣੀ ਚੀਜ਼ ਹੈ ਜਿਹਦੇ ਵਿੱਚ ਇਹ ਚੀਜ਼ਾਂ ਮਿਲਾਈਆਂ ਜਾਂਦੀਆਂ ਸਨ। ਸੋ ਇੱਕ ਇਸ ਵੇਲੇ ਮੈਂ ਨਾਮ ਨਹੀਂ ਉਹਦਾ ਸਪੈਸ਼ਲ ਕੰਪਨੀ ਦਾ ਲੈਂਦੀ, ਪਰ ਠੰਡੇ ਕੁਛ ਕਿਸਮਾਂ ਦੇ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚ ਬਹੁਤ ਹਾਈ ਲੈਵਲ ਕੈਫੀਨ ਹੈ, ਜਿਹੜੀ ਇੱਕ ਵਾਰ ਉਹਨਾਂ ਨੂੰ ਆਦੀ ਬਣਾ ਦਿੰਦੀ ਹੈ ਉਸ ਚੀਜ਼ ਦਾ। ਹੌਲੀ ਹੌਲੀ ਫਿਰ ਉਹ ਅੱਗੋਂ ਤੁਰਦੀ ਜੇ। ਉਸ ਤੋਂ ਇਲਾਵਾ ਕਈ ਕਿਸਮਾਂ ਦੀਆਂ ਮਿਊਜ਼ਿਕ ਦੀਆਂ ਤਰੰਗਾਂ ਨੇ ਜਿਹੜੀਆਂ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਤੋਰ ਦਿੰਦੀਆਂ ਨੇ। ਹੁਣ ਹੁੰਦਾ ਕੀ ਜੇ ਇਸ ਉਮਰ ਵਿੱਚ, ਥੋੜਾ ਜਿਹਾ ਸਮਝੋ। ਸਕੂਲ ਦੇ ਵਿੱਚ, ਕਿਉਂਕਿ ਕਾਲਜਿਸ ਵਿੱਚ ਅਸੀਂ ਪਹਿਲਾਂ ਹੀ ਜਾਣਦੇ ਸਾਂ, ਸਦੀਆਂ ਤੋਂ ਤਾਂ ਹਾਲ ਹੋ ਗਿਆ ਵੀ ਕਿਰਲੀ ਮਾਰਨੀ ਜਾਂ ਤੁਸੀਂ ਪੈਟਰੋਲ ਸਨਿਫਿੰਗ ਜਾਂ ਏਦਾਂ ਦੀਆਂ ਪੁਰਾਣੀਆਂ ਜਰਾਬਾਂ 4 ਦਿਨ ਦੀਆਂ, 5 ਦਿਨ ਦੀਆਂ, ਹਫ਼ਤੇ ਦੀਆਂ ਪਾਈਆਂ, ਉਹ ਪਾਣੀ 'ਚ ਘੋਲ ਕੇ ਲੈਣੀਆਂ, ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਪੁਰਾਣੀਆਂ ਸਨ। ਹੁਣ ਜਿਹੜੇ ਬੱਚੇ ਨੇ, ਦੇਖੋ ਉਹਨਾਂ ਕੋਲ ਥੋੜਾ ਜਿਹਾ ਧਿਆਨ ਕਰੀਏ ਕਿ ਜਿਹੜੀ ਆਪਣੀ ਤੀਜੀ ਪੀੜ੍ਹੀ ਇਸ ਵੇਲੇ ਮੈਂ ਗਿਣ ਰਹੀ ਹਾਂ ਕਿ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੇ ਰੱਜ ਕੇ ਮਿਹਨਤ ਕੀਤੀ, ਉਸ ਪੱਧਰ ਤੋਂ ਸ਼ੁਰੂ ਹੋਏ ਜਿੱਥੇ ਸ਼ਾਇਦ ਉਹਨਾਂ ਨੂੰ ਇੰਨੀ ਸੁਖਾਲੀ ਜ਼ਿੰਦਗੀ ਨਹੀਂ। ਦਿਨ ਰਾਤ ਮਿਹਨਤ 'ਚ ਲੱਗੇ ਰਹਿਣਾ ਕਿ ਇਸੇ ਚੀਜ਼ ਨੂੰ ਕਿ ਅਸੀਂ ਆਪ ਥੋੜਾ ਇੰਨੇ ਕੁ ਜੋਗੇ ਸੁਖਾਲੇ ਹੋ ਜੀ, ਅੱਗੋਂ ਬੱਚੇ ਵਧੀਆ ਪੜ੍ਹਾ ਲਈਏ, ਸਾਡੇ ਵਾਂਗ ਉਹ ਨਾ ਲੱਗੇ ਰਹਿਣ। ਯਾਨੀ ਉਹ ਇੱਕ ਪੀੜ੍ਹੀ ਖਤਮ ਹੋਈ ਜਿਹਨੇ ਆਪ ਸੰਘਰਸ਼ ਕਰਕੇ ਦੂਸਰੀ ਪੀੜ੍ਹੀ ਨੂੰ ਥੋੜਾ ਜਿਹਾ 2 ਪੌੜੀਆਂ ਚੜ੍ਹਾ ਦਿੱਤਾ। ਦੂਸਰੀ ਪੀੜ੍ਹੀ ਨੇ ਜਿਹੜੇ ਹੁਣ ਦੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ,
ਉਹਨਾਂ ਨੂੰ ਸ਼ਾਇਦ 6-7 ਪੀੜ੍ਹੀਆਂ ਜੰਪ ਮਰਵਾ ਦਿੱਤਾ, ਜਿਨ੍ਹਾਂ ਵਿੱਚ ਤੁਸੀਂ ਕਾਰਾਂ ਵਿੱਚ ਉਹਨਾਂ ਨੇ ਜਾਣਾ ਸਕੂਲ, ਜਾਂ ਉਹਨਾਂ ਨੂੰ ਮਾਪਿਆਂ ਨੇ ਆਪ ਛੱਡਣ ਜਾਣਾ। ਉਹਨਾਂ ਨੂੰ ਰਿਮੋਟ ਦੇ ਦਿੱਤੇ ਗਏ ਨੇ, ਉਹਨਾਂ ਨੂੰ ਬੈਠ ਕੇ ਖਾਣੇ ਮਿਲਦੇ ਨੇ, ਘਰਾਂ ਵਿੱਚ ਕੰਮਕਾਰ ਵਾਲੇ ਨੇ, ਉਹਨਾਂ ਦੇ ਮਾਪੇ ਬਹੁਤਿਆਂ ਦੇ ਆਪ ਮੋਬਾਈਲ ਫੋਨਸ, ਇੰਟਰਨੈਟ ਜਾਂ ਕਿੱਟੀ ਪਾਰਟੀਜ਼, ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਉਹ ਆਪਣੇ ਆਪ ਨੂੰ ਬਿਜ਼ੀ ਕਰ ਚੁੱਕੇ ਨੇ। ਸੋ ਬੱਚੇ ਜਿਹੜੇ ਬਿਲਕੁਲ ਹੀ ਉੱਕਾ ਕੋਰੇ ਹੋ ਚੁੱਕੇ ਕਿਰਤ ਕਰਨ ਤੋਂ, ਉਹਨਾਂ ਵਿੱਚ ਆਖਰ ਇਹ ਉਮਰ ਹੁੰਦੀ ਜੇ ਜਿਸ 'ਚ ਤੁਹਾਡੇ ਐਨਰਜੀ ਸਿਖਰਾਂ ਤੇ ਜੇ। ਸੋ ਪਹਿਲੀ ਚੀਜ਼ ਸ਼ੁਰੂ ਹੁੰਦੀ ਹੈ ਐਕਸਪਲੋਰ, ਕਿ ਮੈਂ ਹੁਣ ਵਿਹਲਾ, ਚਲੋ ਮੈਂ ਨੈਟ ਫਰੋਲਾਂ, ਚਲੋ ਮੈਂ ਹੋਰ ਇਹ ਚੀਜ਼ਾਂ ਉੱਥੋਂ ਹੋਰ ਲੱਭਾਂ, ਕੀ ਕਰ ਸਕਦੇ ਹਾਂ, ਕਿਵੇਂ ਕਰ ਸਕਦੇ ਹਾਂ। ਯਾਨੀ ਹਮ, ਇੱਕ ਤਾਂ ਉਹ ਚੀਜ਼ ਐਕਸਪਲੋਰੇਸ਼ਨ ਦੇ ਵਿੱਚ ਜਿਵੇਂ ਫੋਲੋ ਕੀਤਾ ਜਾਂਦਾ, ਜੇ ਗਰੁੱਪਸ ਬਣੇ ਹੋਏ ਨੇ ਕਿ ਕਿਹੜਾ ਬੱਚਾ ਕਿਹੜੀ ਚੀਜ਼ ਪਸੰਦ ਕਰ ਰਿਹਾ, ਕੀ ਓਪਨ ਕਰ ਰਿਹਾ, ਕਿੰਨੀ ਦੇਰ ਦੇਖਦਾ ਹੈ। ਸੋ ਉੱਥੋਂ ਉਹ ਬੱਚਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ। ਜੀ ਦੂਸਰੀ ਚੀਜ਼ ਹੁੰਦੀ ਹੈ ਕਿ ਇੱਕ ਬੱਚਾ ਉਸ ਉਮਰ ਵਿੱਚ ਇਹ ਸੁਣਦਾ ਹੈ, ਚੁਫੇਰੇ ਡਰੱਗਸ ਨੇ, ਇਹ ਹੈ, ਉਹ ਹੈ, ਫਲਾਣਾ ਬੰਦਾ ਮੀਡੀਆ ਰਾਹੀਂ, ਯਾਨੀ ਜਿਹਨੂੰ ਇੱਕ ਹੀਰੋ ਦਿਸਦਾ ਜੇ ਕਿ ਇਹ ਬੰਦਾ ਡਰੱਗ ਲਾਰਡ ਸੀ, ਇਹਦੇ ਕੋਲ ਇੰਨੇ ਪੈਸੇ ਸੀ, ਇੰਨੀਆਂ ਕੋਠੀਆਂ ਸੀ, ਇਸ ਤਰ੍ਹਾਂ ਲੋਕ ਵੱਡੇ-ਵੱਡੇ ਇਹਨਾਂ ਕੋਲ ਜਾਂਦੇ ਸਨ, ਇੰਝ ਮੀਡੀਆ 'ਚ ਉਜਾਗਰ ਹੋ ਰਿਹਾ ਹੈ, ਨਾਮ ਆ ਰਿਹਾ ਹੈ, ਵਾਰ-ਵਾਰ ਜ਼ਿਕਰ ਹੋ ਰਿਹਾ ਹੈ। ਸੋ ਉਹ ਟੈਂਡਰ ਏਜ ਜਿਹੜੀ ਹੈ ਉਹ ਖਿੱਚੀ ਜਾਂਦੀ ਜੇ ਇਹਨਾਂ ਪਾਸਿਆਂ ਵੱਲ ਕਿ ਇਹ ਬਣਨਾ ਬਹੁਤ ਵਧੀਆ ਜੀ। ਇਹਦੇ 'ਚ ਬਹੁਤ ਛੇਤੀ ਸਾਡਾ ਨਾਮ ਵੀ ਕਮਾਇਆ ਜਾਂਦਾ ਹੈ, ਬਹੁਤ ਛੇਤੀ ਸਾਡੇ ਕੋਲ ਪੈਸੇ ਵੀ ਆ ਜਾਂਦੇ ਨੇ। ਤੇ ਜੀ ਉਹ ਆਪਣੀਆਂ ਇੱਕ ਬਾਉਂਡਰੀਜ਼ ਟੈਸਟ ਕਰਦਾ ਹੈ। ਯਾਨੀ ਉਹ ਬੱਚਾ ਕਿ ਮੈਂ ਜੇ ਇਸ ਹੱਦ ਤੱਕ ਜਾਵਾਂ, ਤਾਂ ਕੀ ਮੈਂ ਆਪਣੇ ਆਪ ਨੂੰ ਸਥਾਪਿਤ ਕਰ ਸਕਾਂਗਾ? ਕਿਉਂਕਿ ਉਹਦੇ ਕੋਲ ਹੋਰ ਕੋਈ ਕੰਮ ਅਸੀਂ ਦਿੱਤਾ ਨਹੀਂ, ਕਿ ਤੂੰ ਕਿਰਤ ਕਰ, ਤੂੰ ਹੱਥੀਂ ਕੰਮ ਕਰ, ਜਾਂ ਆਪਣਾ ਅਗਲਾ ਜਿਹੜਾ ਤੇਰਾ ਆਉਣ ਵਾਲਾ ਸਮਾਂ ਹੈ ਉਹਨੂੰ ਸੁਰੱਖਿਅਤ ਕਰ। ਉਹਨੂੰ ਪਤਾ ਹੈ ਵੀ ਮਾਂ-ਪਿਓ ਨੇ ਪੈਸੇ ਦੇਣੇ ਨੇ, ਉਹਨਾਂ ਨੇ ਹੀ ਮੈਨੂੰ ਸੈੱਟ ਕਰਨਾ ਹੈ, ਸੋ ਮੈਨੂੰ ਉਸ ਪਾਸੇ ਦੀ ਫਿਕਰ ਨਹੀਂ ਹੈ। ਸੋ ਇਹ ਪਾਸਾ ਉਹਨੂੰ ਸੌਖਾ ਲੱਗਦਾ ਹੈ ਕਿ ਲੈਟ ਮੀ ਟੈਸਟ, ਮੇਰਾ ਕਿਸ ਹੱਦ ਤੱਕ ਮੈਂ ਆਪਣੇ ਆਪ ਨੂੰ ਮਕਬੂਲ ਕਰ ਸਕਦਾ ਇੱਕ ਨਵੇਂ ਰਾਹ 'ਚ ਜਾ ਕੇ। ਹਮ, ਫਿਰ ਉਹਦੇ ਚੋਂ ਜਦੋਂ ਕਦੇ ਨਾ ਕਦੇ ਉਹਨੇ ਥੋੜ੍ਹੀ ਚੀਜ਼ 'ਚ ਬਹੁਤ ਹਲਕੀ ਮਾਤਰਾ 'ਚ ਜਿਵੇਂ ਲਈ, ਤਾਂ ਉਹਨੂੰ ਇਹ ਲੱਗਣਾ ਵੀ ਮੈਨੂੰ ਤਾਂ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ। ਕਿਉਂਕਿ ਹਮ, ਉਹ ਵਿਹਲਾ ਦਿਮਾਗ ਜਿਹੜਾ ਸ਼ੈਤਾਨ ਦਾ ਘਰ ਬਣ ਚੁੱਕਿਆ ਹੁੰਦਾ ਹੈ, ਜਿਹਨੂੰ ਕੋਈ ਆਰ ਨਹੀਂ ਲੱਭ ਰਿਹਾ, ਸੋ ਉਹਨੂੰ ਲੱਗਦਾ ਹੈ ਵੀ ਕੁਝ ਪਲ ਮੈਂ ਬਹੁਤ ਹੀ ਕਮਾਲ ਦੀ ਦੁਨੀਆ 'ਚ ਪਹੁੰਚ ਜਾਨਾ, ਬੜਾ ਮਜ਼ਾ ਆ ਰਿਹਾ। ਸੋ ਉਹ ਇੱਕ ਵੱਖਰਾ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਖੁਬੋ ਦੇਣਾ ਚਾਹੁੰਦਾ ਹੈ। ਫਿਰ ਜੀ ਸ਼ੁਰੂ ਹੁੰਦਾ ਜੇ ਕਿ ਤੁਹਾਨੂੰ ਬੋਰਡਮ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਬੱਚਾ ਹੁਣ ਕਿਉਂਕਿ ਉਹਦੀ ਕੋਈ ਐਕਟੀਵਿਟੀ ਨਹੀਂ, ਉਹਨੇ ਆਪਣੇ ਹੱਥੀਂ ਨਹੀਂ ਕਰਨਾ, ਬਾਹਰ ਖੇਡਣ ਨਹੀਂ ਜਾ ਰਿਹਾ, ਜਿਹਦੇ ਵਿੱਚ ਉਹਨੂੰ ਮਿਹਨਤ ਕਰਨੀ ਪਵੇ ਜਾਂ ਸਵੇਰੇ ਦੌੜਨਾ ਹੈ, ਰਾਤੀ ਦੌੜਨਾ ਹੈ, ਉਹਨੇ ਆਪਣੇ ਆਪ ਨੂੰ ਮੇਨਟੇਨ ਕਰਨਾ ਹੈ, ਉਹੀ ਜਿਹਾ ਕੰਮ ਨਾ ਹੋਣ ਕਾਰਨ ਫਿਰ ਉਹਦਾ ਸ਼ੁਰੂ ਹੁੰਦਾ ਜੇ ਕੰਮ ਕਿ ਮੈਂ ਆਪਣੇ ਜੋ ਮੈਂ ਬੋਰ ਹੋ ਰਿਹਾ ਤਾਂ ਮੈਂ ਕੁਛ ਨਵਾਂ ਟਰਾਈ ਕਰਾਂ। ਜੀ ਉਸ ਚੱਕਰ ਵਿੱਚ ਫਿਰ ਉਹ ਆਪਣੇ ਇਹ ਨਵੀਂ ਚੀਜ਼ ਟਰਾਇਲ ਦੇ ਵਿੱਚ ਚਲਾ ਜਾਂਦਾ। ਫਿਰ ਪਹਿਲਾਂ ਥੋੜ੍ਹੀ ਮਾਤਰਾ ਲੈਂਦਾ, ਫਿਰ ਹੋਰ ਚੰਗਾ ਲੱਗਦਾ, ਫਿਰ ਹੋਰ ਲੈਂਦਾ। ਫਿਰ ਹੁੰਦੇ ਜੇ ਘਰ ਵਿਚਲੇ ਝਗੜੇ, ਜਿਨ੍ਹਾਂ ਦੇ ਘਰਾਂ ਵਿੱਚ ਆਪਸੀ ਥੋੜ੍ਹੇ ਸੰਬੰਧ ਠੀਕ ਨਾ ਹੋਣ ਜਾਂ ਕਾਫ਼ੀ ਉਹਨਾਂ ਦੇ ਇਸ ਤਰ੍ਹਾਂ ਦਾ ਮਾਹੌਲ ਹੋਵੇ, ਤਾਂ ਉਸ ਔਖਿਆਈ 'ਚੋਂ ਵੀ ਬੱਚਾ ਕਹਿੰਦਾ ਵੀ ਸਾਰਾ ਹੀ ਦਿਨ ਇਹ ਚਿੜ-ਚਿੜ, ਕਿੜ-ਕਿੜ ਹੁੰਦੀ ਰਹਿੰਦੀ ਹੈ। ਲੈਟ ਮੀ ਟਰਾਈ ਸਮਥਿੰਗ ਐਲਸ, ਮੈਂ ਆਪਣੇ ਬਾਹਰਲੇ ਦੋਸਤਾਂ ਨਾਲ ਦੇਖਾਂ ਕੀ ਕਰਦੇ ਆ। ਸੋ ਉਹ ਚੀਜ਼ ਆਪਣੇ ਵਕਤੀ ਉਸ ਜਿਹੜਾ ਮਨ ਅੰਦਰ ਖਿਝ ਹੈ, ਉਹਨੂੰ ਹਟਾਉਣ ਲਈ ਵੀ ਕਈ ਵਾਰ ਇਸ ਪਾਸੇ ਵੱਲ ਨੂੰ ਮਤਲਬ ਤੁਰ ਪੈਂਦਾ ਜੀ। ਫਿਰ ਕਈ ਹੁੰਦੇ ਨੇ ਸਿਰਫ ਕਿਉਰਿਓਸਿਟੀ ਸੇਕ, ਵੀ ਕੀ ਹੁੰਦਾ ਕੀ ਹੈ, ਦੇਖੀਏ ਤਾਂ ਸਹੀ। ਫਿਰ ਉਹ ਲੱਭਦੇ ਲਭਾਉਂਦੇ ਵੀ ਅੱਛਾ ਇਹ ਵੀ ਹੁੰਦਾ ਹੈ, ਅੱਛਾ ਆਹ ਵੀ ਹੁੰਦਾ ਹੈ, ਚੱਲ ਮੈਂ ਵੇਖਾਂ ਤਾਂ ਸਹੀ ਵੀ ਮੈਨੂੰ ਹੁੰਦਾ ਜਾਂ ਨਹੀਂ, ਲੈਟ ਮੀ ਟਰਾਈ। ਸੋ ਉਹ ਕਿਉਰਿਓਸਿਟੀ ਜੇ ਜਿਹੜਾ ਬੱਚੇ ਨੂੰ ਕਈ ਵਾਰ ਲੈ ਜਾਂਦੀ ਜੇ। ਜੀ ਫਿਰ ਕਈ ਵਾਰ ਹੁੰਦਾ ਜੇ ਪੀਅਰ ਪ੍ਰੈਸ਼ਰ, ਕਿ ਮੈਂ ਇਹ ਮੇਰੇ ਨਾਲ ਦੇ ਜਿਹੜੇ ਕਰ ਗਏ ਉਹ ਕਹਿੰਦੇ ਨੇ ਲੈ ਇਹ ਤਾਂ ਪਤਾ ਨਹੀਂ ਕਿਹੜੀ ਸਦੀ ਦਾ ਸਾਡੇ ਵਿੱਚ ਆ ਕੇ ਬਹਿ ਗਿਆ, ਜੇ ਇਹਨੇ ਅਗਾਂਹ-ਵਧੂ ਸਾਬਤ ਕਰਨਾ ਹੈ ਜਾਂ ਸਾਡੇ ਨਾਲ ਦਾ ਹਾਣੀ ਬਣਨਾ ਹੈ, ਤਾਂ ਭਾਈ ਇਹਨੂੰ ਇਹ ਕਰਨਾ ਪੈਣਾ, ਨਹੀਂ ਤਾਂ ਇਹਨੂੰ ਤਾਂ ਪਾਸੇ ਕਰੋ। ਯਾਨੀ ਉਹ ਇੱਕ ਗਰੁੱਪ ਦਾ ਹਿੱਸਾ ਬਣਨ ਲਈ ਮਜਬੂਰੀ ਬਸ ਕਿ ਮੈਂ ਇਹ ਗਰੁੱਪ ਤਕੜਾ ਜੇ, ਇਹਦੀ ਪਹੁੰਚ ਉੱਪਰ ਤੱਕ ਹੈ, ਪਰ ਇਹਨਾਂ ਦੇ ਕੁਛ ਆਦਤਾਂ ਵੱਖ ਨੇ ਤੇ ਮੈਂ ਆਪਣੇ ਆਪ ਨੂੰ ਸਾਬਤ ਕਰ ਸਕਾਂ, ਇਹਨਾਂ ਦਾ ਹਿੱਸਾ ਬਣ ਸਕਾਂ। ਸੋ ਉਹ ਵੀ ਇੱਕ ਬੜਾ ਅਹਿਮ ਇਸ ਵੇਲੇ ਕਾਰਨ ਬਣਦਾ ਜਾਂਦਾ ਜੇ। ਕੁਝ ਬੱਚੇ ਜਿਵੇਂ ਮਿਸਾਲ ਵਜੋਂ ਕੁਛ ਐਕਸੀਡੈਂਟ ਹੋ ਗਿਆ ਜਾਂ ਕੋਈ ਖੇਡਾਂ ਵਿੱਚ ਜਿੱਥੇ ਉਹਨਾਂ ਦਾ
ਕੋਈ ਸੱਟ ਫੇਟ ਲੱਗੀ ਜਾਂ ਕੋਈ ਇਸ ਤਰ੍ਹਾਂ ਦੀ ਇੰਜਰੀ ਹੋਈ ਜਿੱਥੋਂ, ਜਾਂ ਕੋਈ ਮਾਈਗ੍ਰੇਨ ਹੁੰਦੀ ਹੈ ਉਹਨਾਂ ਨੂੰ, ਜਾਂ ਕੋਈ ਇਹੋ ਜਿਹੀ ਬਿਮਾਰੀ ਜਿੱਥੇ ਉਹਨਾਂ ਨੂੰ ਪੀੜ ਹੁੰਦੀ ਹੋਵੇ, ਤਾਂ ਇਹ ਇੱਕ ਅਹਿਮ ਕਾਰਨ ਬਣ ਜਾਂਦਾ ਜੇ ਉਹਨਾਂ ਲਈ, ਜੇ ਉਹਨਾਂ ਨੂੰ ਮੈਂਟਲ ਸਪੋਰਟ ਨਾ ਘਰੋਂ ਮਿਲਦੀ ਹੋਏ ਕਿ ਮੈਂ ਆਪਣੀ ਦਰਦ ਘਟਾਉਣ ਲਈ ਮੈਂ ਇਸ ਪਾਸੇ ਵੱਲ ਨੂੰ ਦੇਖਾਂ, ਮੇਰੀ ਦਰਦ ਇਹਦੇ ਨਾਲ ਘਟ ਜਾਂਦੀ ਜੇ, ਸੋ ਮੈਂ ਇਹ ਕਰ ਸਕਦਾ। ਜੀ ਹੁਣ ਇਹਦੇ ਵਿੱਚ ਇੱਕ ਇਹ ਸਮਾਂ ਜੇ ਜਿੱਥੇ ਬੱਚੇ ਦੀ ਆਪਣੀ ਮਾਪਿਆਂ ਦੀ ਛਤਰ ਛਾਇਆ ਤੋਂ ਨਿਕਲ ਕੇ ਉਹਨੂੰ ਆਪਣੀ ਇੰਡੀਪੈਂਡੈਂਸ ਦਿਖਦੀ ਜੇ ਕਿ ਮੈਂ ਇੰਡੀਪੈਂਡੈਂਟ ਹਾਂ, ਉਹਨੇ ਸਾਬਤ ਕਰਨਾ ਹੁੰਦਾ, ਉਹਦੀ ਆਪਣੀ ਮੈਂ, ਇਹ ਸਮਾਂ ਜੇ। ਤਾਂ ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਸਾਬਤ ਕਰਨ ਲਈ ਬਹੁਤ ਸਾਰੇ ਬੱਚੇ ਫਿਰ ਇੰਝ ਉਹਨਾਂ ਨੂੰ ਲੱਗਦਾ ਕਿ ਅਸੀਂ ਜੋ ਚੀਜ਼ ਅਡਲਟਸ ਕਰਦੇ ਨੇ, ਵੱਡੇ ਕਰਦੇ ਨੇ, ਮੈਂ ਉਹ ਟਰਾਈ ਕਰਾਂ, ਜਿਹਦੇ ਵਿੱਚ ਨਾ ਸਿਰਫ ਡਰੱਗਸ ਬਲਕਿ ਸੈਕਸੁਅਲ ਰਿਲੇਸ਼ਨਸ ਤੱਕ ਇਹਦੇ ਵਿੱਚ, ਜਿੱਥੇ ਅਸੀਂ ਦੇਖ ਚੁੱਕੇ ਹਾਂ ਕਿ 7ਵੀਂ ਜਮਾਤ ਦਾ ਬੱਚਾ ਤੇ 6ਵੀਂ ਜਮਾਤ ਦਾ ਬੱਚਾ ਵੀ ਇਹੋ ਜਿਹੇ ਵਾਲੇ ਪਾਸੇ ਲੱਭਿਆ ਗਿਆ ਕਿ ਕਿਵੇਂ ਉਹਨੇ ਤੀਜੀ ਚੌਥੀ ਜਮਾਤ ਦੀ ਬੇਟੀ ਨਾਲ ਜੋ ਗਲਤ ਹਰਕਤਾਂ ਕੀਤੀਆਂ। ਸੋ ਉਹ ਇੱਕ ਆਪਣੇ ਆਪ ਨੂੰ ਇੰਡੀਪੈਂਡੈਂਟ ਤੇ ਤਗੜਾ ਦਿਖਾਉਣ ਦਾ, ਵੀ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਉਹ ਬੱਚਾ ਇਸ ਤਰ੍ਹਾਂ ਕਰਨ ਲੱਗ ਜਾਂਦਾ। ਫਿਰ ਕੁਝ ਬੱਚੇ ਜਿਵੇਂ ਸਕੂਲ ਵਿੱਚ ਉਹਨਾਂ ਨੂੰ ਟੀਚਰ ਨੇ ਬੁਲਿੰਗ ਕਰਤੀ ਜਾਂ ਕਿਸੇ ਨੇ ਛੇੜ ਦਿੱਤਾ, ਬਹੁਤ ਉਹਨੂੰ ਯਾਨੀ ਅਲੱਗ ਥਲੱਗ ਹੋ ਗਿਆ, ਉਹਨੂੰ ਇਸ ਤਰੀਕੇ ਦੀ ਛੇੜਛਾੜ ਪੱਤੀ ਜੋ ਹੋ ਜਾਵੇ, ਤਾਂ ਵੀ ਬੱਚੇ ਕਾਫੀ ਉਸ ਪਾਸੇ ਨੂੰ ਤੁਰ ਜਾਂਦੇ ਨੇ। ਸਰੀਰਕ ਸ਼ੋਸ਼ਣ ਬਹੁਤ ਆਮ ਜੇ, ਸ਼ਾਇਦ ਤੁਹਾਨੂੰ ਲੱਗੇ ਕਿ ਇਹ ਚੀਜ਼ਾਂ ਘੱਟ ਨੇ, ਬਤੌਰ ਇੱਕ ਬੱਚਿਆਂ ਦੀ ਡਾਕਟਰ ਦੱਸਦੀ ਹਾਂ, ਇਹ ਸਕੂਲਾਂ ਵਿੱਚ ਵੀ, ਹੋਸਟਲਸ ਵਿੱਚ ਜਿਸ ਤਰੀਕੇ ਬੇਟੀਆਂ ਨਹੀਂ ਬੇਟਿਆਂ ਨਾਲ ਵੀ ਜੋ ਹਾਲ ਕੀਤਾ ਜਾਂਦਾ ਹੈ, ਜਿਸ ਤਰੀਕੇ ਦੀ ਸਡੋਮੀ ਹੁੰਦੀ ਜੇ, ਸੋ ਉਹ ਵੀ ਜਿਵੇਂ ਉਹਨਾਂ ਦੀ ਸੈਲਫ ਐਸਟੀਮ ਲੋ ਕਰ ਦਿੰਦੀ ਜੇ, ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ, ਵੀ ਉਸ ਹਾਲ ਚੋਂ ਨਿਕਲਣ ਲਈ ਵੀ ਉਹ ਬੱਚੇ ਇਸ ਦਾ ਸਹਾਰਾ ਲੈਣ ਲੱਗ ਜਾਂਦੇ। ਫਿਰ ਕਈ ਵਾਰ ਕੀ ਹੁੰਦਾ ਜੇ ਕਿ ਤੁਹਾਡੇ ਘਰ ਦੇ ਵਿੱਚ ਹੀ ਤੁਹਾਡਾ ਵੱਡਾ ਭਰਾ ਅਡਿਕਟ ਹੈ, ਤਾਂ ਉਹ, ਜਾਂ ਤੁਹਾਡਾ ਪਿਓ ਤੁਹਾਨੂੰ ਦਿਖਦਾ ਅਡਿਕਟ ਹੈ, ਤਾਂ ਉਹ ਇੱਕ ਜਾਂ ਤਾਂ ਬੱਚਾ ਬਿਲਕੁਲ ਹੀ ਨਫ਼ਰਤ ਕਰੇਗਾ ਕਿ ਇਸ ਤਰ੍ਹਾਂ ਦੇ ਹਾਲ 'ਚ ਮੈਂ ਜਾਣਾ ਹੀ ਨਹੀਂ, ਉਹ ਬੱਚਾ ਕਦੇ ਡਰੱਗ ਵੱਲ ਜਾਏਗਾ ਹੀ ਨਹੀਂ, ਤੇ ਜੀ ਜਾਂ ਫਿਰ ਕਦੇ ਟੈਸਟਿੰਗ ਵੀ ਕੀ ਕਰ ਰਿਹਾ ਮੈਂ ਵੀ ਦੇਖਾਂ, ਯਾਨੀ ਜਾਂ ਭਰਾ ਨੇ ਕਿਹਾ ਲੈ ਤੂੰ ਵੀ ਟਰਾਈ ਕਰ, ਮੈਂ ਕਰਦਾ, ਸੋ ਉਹ ਵੀ ਇੱਕ ਅਹਿਮ ਅਸਰ ਜੇ ਜਿਹੜਾ ਦਿਖ ਜਾਂਦਾ। ਫਿਰ ਇੱਕ ਸਕੂਲ ਦੇ ਵਿੱਚ ਫੇਲ ਹੋਣਾ ਆਪਣਾ ਬਹੁਤ ਬਹੁਤ ਵੱਡੀ ਗੱਲ ਜੇ, ਕਿਉਂਕਿ ਅਸੀਂ ਮੈਂਟਲ ਸਪੋਰਟ ਤਾਂ ਦਿੰਦੇ ਨਹੀਂ, ਅਸੀਂ ਬੱਚਿਆਂ ਨੂੰ ਇੱਕੋ ਹੀ ਗੱਲ ਕਹਿੰਦੇ ਹਾਂ, ਇੱਕ ਰੇਸ 'ਚ ਸ਼ਾਮਲ ਹੈ, ਤੂੰ ਪਹਿਲੇ ਹੀ ਨੰਬਰ ਤੇ ਆਉਣਾ। ਫੇਲੀਅਰ ਅਸੀਂ ਸਿਖਾਉਂਦੇ ਹੀ ਨਹੀਂ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ, ਸੋ ਉਹ ਵੀ ਇੱਕ ਕਾਰਨ ਬਣਦਾ ਜਾਂਦਾ ਜੇ, ਜਿਹੜਾ ਵੀ ਫੇਲ ਹੋ ਗਿਆ ਤਾਂ ਮੈਂ ਹੁਣ ਤਾਂ ਮੇਰੇ ਕੋਲ ਕੋਈ ਰਾਹ ਹੀ ਨਹੀਂ, ਮੈਂ ਹਰ ਹਾਲ ਵਿੱਚ ਹੁਣ ਇਹੀ ਤਰੀਕਾ ਹੀ ਹੈ, ਜੇ ਮੈਂ ਬਚ ਸਕਦਾ ਨਹੀਂ ਮੈਂ ਖੁਦਕੁਸ਼ੀ ਕਰ ਲਵਾਂਗਾ। ਫਿਰ ਗਰਲਫ੍ਰੈਂਡਸ ਦੇ ਨਾਲੋਂ ਟੁੱਟਣਾ, ਜੀ ਇਸੇ ਤਰੀਕੇ ਜੇ ਕਿਸੇ ਬੇਟੀ ਦਾ ਕਿਸੇ ਆਪਣੇ ਬॉयਫ੍ਰੈਂਡ ਤੋਂ ਰਿਸ਼ਤਾ ਟੁੱਟਣਾ, ਉਹ ਰਿਸ਼ਤੇ ਤਿੜਕਣੇ ਸੁਮਰਦੇ ਕਿਉਂਕਿ ਘਰਾਂ ਵਿੱਚੋਂ ਸਪੋਰਟ ਨਹੀਂ ਹੈ। ਚੋਰੀਓਂ ਬਣਾਏ ਰਿਸ਼ਤੇ ਜਿਹੜੇ ਉਹਨਾਂ ਨੂੰ ਬਿਲਕੁਲ ਹੀ ਫਿਰ ਤੋੜ ਦਿੰਦੇ ਨੇ ਮਨੋਂ, ਉਹ ਬਹੁਤ ਇੱਕ ਗੰਭੀਰ ਗੱਲ ਜੇ, ਜਿਹੜੀ ਇਸ ਪਾਸੇ ਵੱਲ ਨੂੰ ਫਿਰ ਉਹਨਾਂ ਨੂੰ ਤੋੜ ਦਿੰਦੀ। ਜੀ ਦੇਖੋ ਕਾਰਨ ਹੋਰ ਵੀ ਬਹੁਤ ਨੇ, ਪਰ ਮੈਂ ਤੁਹਾਨੂੰ ਇਸ ਕਾਰਨ ਥੋੜਾ ਜਿਹਾ ਇਸ ਪਾਸੇ ਵੱਲ ਗੱਲ ਕਰਨਾ ਚਾਹਿਆ ਸੀ ਕਿ ਅੱਗੋਂ ਸ਼ਾਇਦ ਸਾਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਸਕੂਲਾਂ ਦੇ ਵਿੱਚ ਇਹ ਚੀਜ਼ ਸ਼ੁਰੂ ਹੁੰਦੀ ਜੇ, ਉਦੋਂ ਇਹਨਾਂ ਦੀ ਬੜੀ ਉਹ ਸੈਂਸਿਟਿਵ ਏਜ ਹੈ, ਜਿੱਥੇ ਇਹਨਾਂ ਨੇ ਅੱਗੋਂ ਸਿਰਜਣਾ ਜੇ ਸਮਾਜ, ਜਿਸ ਵਿੱਚ ਉਹਨਾਂ ਦੇ ਦਿਮਾਗ ਦਾ ਉਹ ਹਿੱਸਾ ਜਿਹਨੇ ਨਾ ਸਿਰਫ ਜੱਜਮੈਂਟਲ ਹੋਣਾ ਹੈ, ਸੋਚਣਾ ਹੈ, ਸਮਝਣਾ ਹੈ, ਬਲਕਿ ਉਹ ਹੁੰਦਾ ਜੇ ਜਿੱਥੇ ਉਹਨਾਂ ਨੇ ਸੋਸ਼ਲ ਰਿਲੇਸ਼ਨਸ ਜਾਂ ਪਰਸਨਲ ਰਿਲੇਸ਼ਨਸ ਉਹਨਾਂ ਨੇ ਬਣਾਉਣ ਨੇ ਸਿੱਖਣੇ ਹੁੰਦੇ ਜੇ। ਯਾਨੀ ਅੱਗੋਂ ਕਿਵੇਂ ਤੁਸੀਂ ਵਧੀਆ ਦੋਸਤ ਮੇਨਟੇਨ ਕਰ ਸਕਣੇ ਨੇ, ਕਿਵੇਂ ਤੁਸੀਂ ਵਿਆਹੁਤਾ ਰਿਸ਼ਤੇ ਜਾਂ ਫਿਰ ਉਸ ਵਿਆਹੁਤਾ ਰਿਸ਼ਤੇ ਦੇ ਵਿੱਚ ਵੀ ਅੱਗੋਂ ਹੋਰ ਰਿਸ਼ਤੇਦਾਰਾਂ 'ਚ ਕਿਵੇਂ ਸਾਂਝ ਬਣਾਉਣੀ ਹੈ। ਜੀ ਮੈਂ ਮੈਡਮ ਇੱਥੇ ਸਵਾਲ ਕਰਨ ਲੱਗਿਆ ਸੀਗਾ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਤੇ ਬੱਚਿਆਂ ਨੂੰ ਚੰਗੇ ਸਕੂਲਾਂ ਦੇ ਵਿੱਚ ਪਾਤਾ, ਜਿਨ੍ਹਾਂ ਕੋਲ ਪੈਸੇ ਨੇ, ਸਮਰੱਥ ਨੇ, ਉਹ ਵਧੀਆ ਸਕੂਲਾਂ 'ਚ ਪਾ ਕੇ ਵਧੀਆ ਪੜ੍ਹਾਈ ਲਿਖਾਈ ਵੀ ਕਰ ਦਿੰਦੇ ਨੇ, ਜਾਂ ਫਿਰ ਉਹਨਾਂ ਨੂੰ ਵਿਦੇਸ਼ਾਂ ਵਿੱਚ ਵੀ ਭੇਜ ਦਿੰਦੇ ਨੇ, ਉੱਥੇ ਵੀ ਚੰਗੀ ਸਕੂਲਿੰਗ ਕਰਾ ਦਿੰਦੇ ਨੇ। ਪਰ ਇਹਦੇ ਬਾਵਜੂਦ ਸਵਾਲ ਇੱਥੇ ਕੀ ਆ ਕੇ ਮੁੱਕਦਾ ਨਹੀਂ ਕਿ ਸਾਡੇ ਆਈਡੀਅਲ ਕੌਣ ਨੇ, ਸਾਡੇ ਬੱਚਿਆਂ ਦੇ ਆਈਡੀਅਲ ਕੌਣ ਨੇ, ਜਾਂ ਫਿਰ ਉਹਨਾਂ ਦੀ ਸੰਗਤ ਕਿਸ ਤਰ੍ਹਾਂ ਦੀ ਹੈ। ਅਸੀਂ ਪੜ੍ਹਾਈ ਤਾਂ ਬਹੁਤ ਵਧੀਆ ਕਰਾ ਰਹੇ ਹਾਂ, ਬਹੁਤ ਵਧੀਆ ਸਕੂਲਾਂ 'ਚ ਪਾ ਦਿੱਤਾ, ਕੀ ਉਹ ਕਿਤੇ ਉੱਥੇ ਘੁਟਣ ਤਾਂ ਨਹੀਂ ਮਹਿਸੂਸ ਕਰ ਰਹੇ, ਉਹ ਇਹ ਤਾਂ ਨਹੀਂ ਮਹਿਸੂਸ ਕਰਦੇ ਕਿ ਉਹਨਾਂ ਦੇ ਸੁਪਨਿਆਂ ਨੂੰ ਦੱਬਿਆ ਜਾ ਰਿਹਾ, ਜਾਂ ਉਹ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਕਰਨ ਦਿੱਤਾ ਜਾਂਦਾ। ਇਹ ਸਾਰੇ ਸਵਾਲ ਆ ਕੇ ਉੱਥੇ ਆ ਕੇ ਜੁੜਦੇ ਨੇ ਕਿ ਬੱਚਾ ਜਦੋਂ
ਉਸ ਖਿੱਤੇ ਚੋਂ ਬਾਹਰ ਨਿਕਲ ਕੇ ਦੂਜੇ ਪਾਸੇ ਤੁਰਦਾ, ਜਿਵੇਂ ਇੱਥੋਂ ਤੁਰ ਕੇ ਬਾਹਰਲੇ ਵਿਦੇਸ਼ਾਂ ਵਿੱਚ ਜਾਂਦਾ ਜਦੋਂ, ਤਾਂ ਉਹ ਕੁਦਰਤੀ ਹੈ ਕਿ ਉਹਨੂੰ ਏਦਾਂ ਲੱਗਦਾ ਕਿ ਸ਼ਾਇਦ ਮੇਰੇ ਲਈ ਇਹ ਜਗ੍ਹਾ ਚੰਗੀ ਸੀ ਤੇ ਮੈਂ ਇਸ ਪਾਸੇ ਅਟਰੈਕਟ ਹੋਵਾਂ। ਉਹ ਫਿਰ ਉਹ ਨਸ਼ਿਆਂ ਦੇ ਵਾਲੇ ਪਾਸੇ ਤੁਰਦਾ, ਜਾਂ ਉਹਨੂੰ ਲਗਾ ਦਿੱਤਾ ਜਾਂਦਾ, ਜਾਂ ਉਹਦੇ ਉੱਤੇ ਸਟ੍ਰੈਸ ਹੀ ਇੰਨਾ ਪਾ ਦਿੱਤਾ ਜਾਂਦਾ। ਹੌਲੀ ਜਿਹੀ ਉਮਰ ਹੁੰਦੀ ਹੈ, ਉਹਨੂੰ ਏਦਾਂ ਹੁੰਦਾ ਕਿ ਪੈਸੇ ਵੀ ਕਮਾਉਣੇ, ਫੀਸ ਵੀ ਭਰਨੀ, ਇਹ ਨਾਲੋਂ ਨਾਲ ਜੁੜਦਾ ਜਾਂਦਾ। ਭਾਵੇਂ ਉਹ ਪੰਜਾਬ ਦੀ ਗੱਲ ਲਾ ਲਓ ਕਿ ਇੱਥੇ ਵੀ ਏਦਾਂ ਹੀ ਹੁੰਦਾ ਕਿ ਸਕੂਲ ਚੋਂ ਬਾਹਰ ਆਇਆ ਬੱਚਾ, ਚੰਗੇ ਸਕੂਲ ਚੋਂ ਨਿਕਲਿਆ, ਕਾਲਜ ਲਾਈਫ ਦੇ ਵਿੱਚ ਜਾਂਦਾ, ਤਾਂ ਉੱਥੇ ਜਾ ਕੇ ਫਿਰ ਉਹਨੂੰ ਲੱਗਦਾ ਹੈ ਕਿ ਯਾਰ ਇੱਥੇ ਤਾਂ ਕੁਝ ਨਹੀਂ, ਇੱਥੇ ਕੱਖ ਨਹੀਂ ਬਣਨਾ। ਫਿਰ ਉਹ ਵਿਦੇਸ਼ ਜਾਣ ਦੀ ਸੋਚਦਾ, ਨਹੀਂ ਸੁਪਨਾ ਪੂਰਾ ਹੁੰਦਾ, ਫਿਰ ਇਹੋ ਜਿਹੇ ਪਾਸੇ ਤੁਰ ਪੈਂਦਾ ਆ। ਤਾਂ ਉਹਦੇ ਵਿੱਚ ਮਾਪਿਓ ਦਾ ਕੀ ਰੋਲ ਸਮਝੀਏ ਅਸੀਂ, ਕਿ ਉਹ ਤਾਂ ਆਪਣੇ ਵੱਲੋਂ ਕਹਿੰਦੇ ਕਿ ਅਸੀਂ ਕੋਈ ਕਸਰ ਨਹੀਂ ਛੱਡੀ, ਸਾਡੇ ਵੱਲੋਂ ਕੀ ਘਾਟ ਰਹਿੰਦੀ ਹੈ? ਦੇਖੋ, ਮੈਂ ਸ਼ੁਰੂ ਹੀ ਇਸੇ ਕਰਕੇ ਪ੍ਰੋਗਰਾਮ ਦੇ ਸ਼ੁਰੂ 'ਚ ਇਹੋ ਗੱਲ ਕੀਤੀ ਸੀ ਕਿ ਮਾਪਿਆਂ ਨੇ ਬੱਚਿਆਂ ਨੂੰ ਉਸ ਢੰਗ ਨਾਲ ਬਣਾ ਦਿੱਤਾ, ਜਿਨ੍ਹਾਂ ਨੂੰ ਪ੍ਰੀ ਪ੍ਰੀਪੇਅਰਡ ਚੀਜ਼ਾਂ ਮਿਲਣੀਆਂ ਨੇ। ਉਹਦੇ 'ਚ ਮਾਪੇ ਸੁਰਖਰੂ ਕਿ ਸਾਡਾ ਤਾਂ ਰੋਲ ਖਤਮ, ਅਸੀਂ ਇਹਨੂੰ ਬਣਾ ਦਿੱਤਾ, ਜੋ ਦੇਣਾ ਸੀ ਦੇ ਦਿੱਤਾ। ਉਹਨਾਂ ਨੂੰ ਇਹ ਸਮਝ ਹੀ ਨਹੀਂ ਕਿ ਜਿਹੜਾ ਸਟਰੋਂਗ ਬੌਂਡ ਹੋਣਾ ਚਾਹੀਦਾ ਹੈ ਮਾਪਿਆਂ ਦਾ, ਕਿ ਕਿਸ ਢੰਗ ਨਾਲ ਤੁਸੀਂ ਆਪਣੇ ਬਚਪਨ ਦੀਆਂ ਕਹਾਣੀਆਂ ਉਸ ਬੱਚੇ ਨੂੰ ਕਿਵੇਂ ਆਪਣੇ ਨਾਲ ਜੋੜਨਾ, ਕਿਵੇਂ ਉਹਦੀਆਂ ਮੁਸ਼ਕਲਾਂ ਸਮਝਣੀਆਂ, ਉਹਦੇ ਹੱਲ ਕਰਨੇ, ਜਾਂ ਉਹਦੇ ਲਈ ਔਖੇ ਸਮੇਂ ਉੱਥੇ ਮੌਜੂਦ ਹੋਣਾ, ਇਹ ਸਿਸਟਮ ਅਸੀਂ ਮੁਕਾ ਦਿੱਤਾ, ਖਤਮ ਕਰ ਦਿੱਤਾ। ਕੋਈ ਰਾਤ ਦੀਆਂ, ਨਾਨੀ ਦੀਆਂ, ਦਾਦੀ ਦੀਆਂ ਕਹਾਣੀਆਂ, ਇਹ ਚੀਜ਼ਾਂ ਹੁਣ ਮਨਫੀ ਨੇ, ਹਾਨੀ ਨਹੀਂ। ਜਿੱਥੇ ਕੋਈ ਬੌਂਡ ਉਹਦੀ ਜਾਂ ਸਾਂਝ ਜਿਸ ਢੰਗ ਦੀ ਉਹਦੇ ਆਪਣੇ ਮਾਪਿਆਂ ਨਾਲ ਬਣ ਸਕੇ, ਇਹ ਬਿਲਕੁਲ ਹੀ ਗਲਤ ਦਿਮਾਗ ਵਿੱਚ ਵਾੜ ਦਿੱਤਾ ਕਿ ਅਸੀਂ ਸਾਰਾ ਕੁਝ ਜੀ ਉਹਨੂੰ ਦੇ ਚੁੱਕੇ ਹਾਂ, ਉਹਨੂੰ ਕੱਖ ਵੀ ਨਹੀਂ ਮਿਲਿਆ ਦਰਅਸਲ। ਇਹ ਉਹ ਚੀਜ਼ਾਂ ਦਿੱਤੀਆਂ ਜਿਨ੍ਹਾਂ ਦੇ ਨਾ ਉਹਨਾਂ ਨੇ ਉਹਨੂੰ ਕਿਸੇ ਢੰਗ ਨਾਲ ਕੋਈ ਸੋਚਣ ਜਾਂ ਸਮਝਣ ਯੋਗ ਬਣਾਉਣਾ, ਨਾ ਕੋਈ ਸਹੀ ਸੇਧ ਦੇਣੀ। ਉਹਨੂੰ ਸਿਰਫ਼ ਇਹ ਸੁਨੇਹਾ ਮਿਲਿਆ ਕਿ ਮੈਂ ਕਿਸੇ ਵੀ ਹੱਦ ਤੱਕ ਦੀ ਜ਼ਿੱਦ ਨਾਲ ਮਾਪੇ ਆਪਣਾ ਉਹ ਜੋ ਸਮਾਂ ਦੇਣਾ ਸੀ ਉਹ ਨਾ ਦੇ ਕੇ ਆਪਣਾ ਹਿੱਸਾ ਇਹ ਪੂਰਾ ਕਰ ਰਹੇ ਨੇ। ਪਰ ਉਹਦਾ ਮਤਲਬ ਹੈ ਮੈਂ ਜਿਸ ਵੀ ਹੱਦ ਤੱਕ ਨਿਚੋੜ ਸਕਦਾ, ਜਿਸ ਵੀ ਹੱਦ ਤੱਕ ਆਪਣਾ ਮੈਂ ਹੋਰ ਦਾਅਵਾ ਪੱਕਾ ਕਰ ਸਕਦਾ ਇਹਦੇ ਤੇ ਵੀ ਮੈਂ ਇਕੱਲਾ, ਤੁਸੀਂ ਮੇਰੇ ਤੇ ਵੀ ਨਹੀਂ ਪਾਉਣਾ, ਉਹ ਬਲੈਕਮੇਲਿੰਗ ਐਂਡ ਉਹ ਸਾਰਾ ਸਰਕਲ ਜੋ ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਉਹ ਬੱਚਾ ਕਦੇ ਵੀ ਔਖੇ ਸਮੇਂ ਨੂੰ ਜੂਝਣ ਵਾਲਾ ਬਣਦਾ ਹੀ ਨਹੀਂ। ਉਹ ਰਸਤਾ ਉਹਨੂੰ ਅਸੀਂ ਸਿਖਾਇਆ ਹੀ ਨਹੀਂ। ਬਾਹਰ ਵੀ ਜਦੋਂ ਇੱਕਦਮ ਨਵੇਂ ਥਾਂ ਤੇ ਜਾਣਾ ਹੈ, ਬਿਲਕੁਲ ਉਸੇ ਤਰ੍ਹਾਂ ਉਹਨੂੰ ਪੈਸਾ ਭਾਵੇਂ ਤੁਸੀਂ ਭੇਜ ਦਿੱਤਾ, ਪਰ ਉਹ ਰੱਤੀ ਮਾਸਾ ਵੀ ਔਕੜ ਜਦੋਂ ਦੇਖਦਾ ਜੇ ਕਿ ਅੱਛਾ ਉੱਠ ਕੇ ਮੈਂ ਹੁਣ ਆਪਣੀ ਸਫਾਈ ਕਰਨੀ ਹੈ, ਅੱਛਾ ਮੈਂ ਹੁਣ ਰੋਟੀ ਬਣਾਉਣੀ ਹੈ, ਅੱਛਾ ਮੈਂ ਹੁਣ ਕੰਮ ਕਰਨ ਨਿਕਲਾਂਗਾ, ਉਹ ਚੀਜ਼ਾਂ ਉਹਨੂੰ ਬਰਦਾਸ਼ਤ ਨਹੀਂ ਉਸ ਵੇਲੇ ਕਰ ਸਕਦਾ। ਭਾਈ ਮੈਂ ਤਾਂ ਵਿਹਲਾ ਬੈਠਾ ਸੀ, ਆਰਾਮ ਨਾਲ ਬੈਠਾ ਸੀ, ਬੈਠੇ ਬਿਠਾਏ ਚੀਜ਼ਾਂ ਮਿਲ ਰਹੀਆਂ ਸਨ। ਤਾਂ ਉਹ ਜਿਹੜਾ ਤਾਣਾ-ਬਾਣਾ ਉਹਦਾ ਖਰਾਬ ਹੋਇਆ ਹੁੰਦਾ, ਉਹਦਾ ਮਜ਼ਬੂਤ ਜੜ੍ਹਾਂ ਨਹੀਂ ਹੁੰਦੀਆਂ, ਉਹੀ ਨੇ ਜਿਹੜਾ ਇਹਨੂੰ ਝੱਟ ਉਸ ਪਾਸੇ ਤੋਰ ਦਿੰਦੇ ਨੇ। ਸੋ ਵਧੀਆ ਸਕੂਲਾਂ ਵਿੱਚ ਇਸੇ ਲਈ ਦੇਖਣ ਵਿੱਚ ਆਇਆ ਹੈ ਕਿ ਇਹ ਨਸ਼ੇ ਦਾ ਕੰਮ ਸਗੋਂ ਉਹਨਾਂ ਸਕੂਲਾਂ ਵਿੱਚ ਵੱਧ ਜੇ। ਕਿਵੇਂ ਟਿਫਨ ਬਾਕਸਿਸ ਵਿੱਚ ਉਹਨਾਂ ਨੂੰ ਸਗੋਂ ਰਾਦਰ ਵਰਤੇ ਵੀ ਜਾਣ ਲੱਗ ਪਏ ਨੇ, ਕਿਵੇਂ ਉੱਥੇ ਸਗੋਂ ਅਨਸੇਫ ਸੈਕਸੁਅਲ ਐਕਟੀਵਿਟੀ ਵੱਧ ਜੇ, ਅਨਪਲੈਨਡ ਪ੍ਰੈਗਨੈਂਸੀਜ਼ ਵੱਧ ਨੇ, ਮੈਂਟਲ ਹੈਲਥ ਡਿਸਆਰਡਰਸ ਉਹਨਾਂ 'ਚ ਵੱਧ ਨੇ। ਉਹੀ ਨੇ ਜਿਹੜੇ ਬੱਚੇ ਅਲਟੀਮੇਟਲੀ ਚੋਰੀ, ਡਾਕੇ, ਕਤਲ, ਯਾਨੀ ਇਸ ਹੱਦ ਤੱਕ ਉਹ ਜਾਂਦੇ ਦੇਖੇ ਗਏ ਨੇ। ਕਾਰਨ ਸਿਰਫ ਇਹ ਕਿ ਘਰੋਂ ਪਿਆਰ ਨਾਲ ਰੱਜੇ-ਪੁੱਜੇ ਨਹੀਂ। ਅਸੀਂ ਸੋਚਦੇ ਹਾਂ ਪੈਸਿਆਂ ਨਾਲ ਰਜਾ ਦਿੱਤਾ, ਬਹੁਤ ਕੁਛ ਕਰ ਦਿੱਤਾ, ਰਾਦਰ ਅਸੀਂ ਕੱਖ ਵੀ ਨਹੀਂ ਕੀਤਾ, ਸਗੋਂ ਸੱਤਿਆਨਾਸ਼ ਕਰ ਦਿੱਤਾ। ਬਿਲਕੁਲ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਬੱਚਾ ਜਦੋਂ ਉਸ ਪਾਸੇ ਵੱਲ ਨੂੰ ਤੁਰਦਾ ਹੈ, ਕਿ ਤੁਸੀਂ ਜਿਵੇਂ ਕਹਿ ਦਿੰਦੇ ਹੋ ਕਿ ਜ਼ਿੰਮੇਵਾਰੀ ਸਾਡੀ ਇੱਥੋਂ ਤੱਕ ਹੈ, ਕਿ ਜ਼ਿੰਮੇਵਾਰੀ ਨੂੰ ਨਹੀਂ ਮੰਨਣਾ ਪਏਗਾ ਕਿ ਸਾਡੀ ਜ਼ਿੰਮੇਵਾਰੀ ਕੀ ਹੈ, ਅਸੀਂ ਬੱਚਿਆਂ ਨੂੰ ਕਿਹੜੇ ਪਾਸੇ ਵੱਲ ਨੂੰ ਤੋਰਨਾ, ਅਸੀਂ ਕਿਹੜੀ ਸਿੱਖਿਆ ਦੇ ਵਾਲੇ ਪਾਸੇ ਤੋਰਨਾ, ਜਾਂ ਅਸੀਂ ਜੇ ਇਹ ਵੀ ਕਹਿ ਲਈਏ ਕਿ ਜੀ ਚੰਗਾ ਪੜ੍ਹਾ ਲਿਖਾ ਦਿੱਤਾ, ਉਹਨੂੰ ਇੰਜੀਨੀਅਰ ਬਣਾਤਾ, ਉਹਨੂੰ ਡਾਕਟਰ ਬਣਾਤਾ, ਪਰ ਉਹ ਉੱਥੇ ਜਾ ਕੇ ਵੀ ਕਈ ਵਾਰੀ ਇਹ ਹੁੰਦਾ ਕਿ ਬਹੁਤ ਵੱਡੇ ਲੈਵਲ ਤੇ ਜਾ ਕੇ ਵੀ ਉਹਨਾਂ ਦੇ ਬੱਚੇ ਜਾਂ ਉਹ ਆਪ ਬੱਚੇ ਜਿਹੜੇ ਨੇ ਉਹ ਉਸ ਪਾਸੇ ਵੱਲ ਨੂੰ ਪ੍ਰਭਾਵਿਤ ਹੋ ਜਾਂਦੇ ਨੇ। ਇਹਦਾ ਕੀ ਕਾਰਨ ਮੰਨਿਆ ਜਾਏ, ਕਿ ਕਾਰਨ ਕੀ ਹੈ ਕਿ ਸਿੱਖਿਆ ਵੀ ਚੰਗੀ ਹੋ ਜਾਂਦੀ ਹੈ, ਸਾਰਾ ਕੁਝ ਚੰਗਾ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਕੀ ਇਹ ਸਮਝ ਲਿਆ ਜਾਵੇ ਕਿ ਸਾਡੇ ਜੀ ਮਤਲਬ ਕਿ ਗਲੀ ਗਲੀ ਠੇਕੇ, ਜਿਵੇਂ ਬਾਹਰ ਨਿਕਲੋ ਪੰਜਾਬ ਦੇ ਵਿੱਚ ਤਾਂ ਇੰਨੇ ਜ਼ਿਆਦਾ ਠੇਕੇ ਵੱਧ ਚੁੱਕੇ ਨੇ ਕਿ ਇਹ ਹੁੰਦਾ ਕਿ ਸਰਕਾਰ ਨੂੰ ਰੈਵਨਿਊ ਦਾ ਫਿਰ ਫਿਕਰ ਹੈ, ਤੇ ਜਿਨ੍ਹਾਂ ਨੇ ਲਾਇਸੈਂਸ ਲਏ ਹੁੰਦੇ ਨੇ ਤੇ ਉਹਨਾਂ ਨੂੰ ਇਹ ਫਿਕਰ ਰਹਿੰਦਾ ਕਿ ਸਾਡੀ ਪੂਰਤੀ ਅਸੀਂ ਕਿੱਦਾਂ ਕਰਨੀ ਹੈ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਵੇਚਣੀ, ਉਹਨਾਂ ਨੂੰ ਇਹ ਹੁੰਦਾ ਕਿ ਹੋਰ ਮੁਨਾਫਾ ਇਹਦੇ ਤੋਂ ਕਿੱਦਾਂ ਕਮਾਉਣਾ। ਫਿਰ ਹੋਰ ਮੁਨਾਫਾ ਕਮਾਉਣ ਦੇ ਪਾਉਣ ਦੇ ਚੱਕਰ ਦੇ ਵਿੱਚ ਉਹ ਫਿਰ ਹੋਰ ਜ਼ਿਆਦਾ ਸ਼ਰਾਬ ਉਹ ਜਾਇਜ਼ ਜਾਂ ਨਜਾਇਜ਼ ਕਿਸੇ ਵੀ ਢੰਗ ਦੇ ਨਾਲ ਵੇਚਦੇ ਨੇ। ਤੇ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਕਿ ਅਗਲਾ ਕਹਿੰਦਾ ਕਿ ਆ ਭਰਾ ਮਾੜਾ ਮੋਟਾ ਕੋਈ ਪੈਗ ਲਾ ਲਈਏ, ਜਾਂ ਕਈ ਵਾਰੀ ਮਾਪੇ ਹੀ ਇਹੋ ਜਿਹੇ ਹੁੰਦੇ ਨੇ
ਜਿਵੇਂ ਇਹੋ ਜਿਹੇ ਖੇਤਰ ਤੋਂ ਆਉਂਦੇ ਨੇ ਉਹ ਕਹਿੰਦੇ ਕਿ ਸਾਡਾ ਬੱਚਾ ਤਾਂ ਜੀ ਮਾੜੀ ਮੋਟੀ ਛਿੱਟ ਲਾ ਲੈਂਦਾ, ਤੇ ਫਿਰ ਉੱਥੋਂ ਹੀ ਸਾਰੀ ਗੱਲ ਸ਼ੁਰੂ ਹੋ ਜਾਂਦੀ ਹੈ। ਉਹ ਚੱਲਦਾ ਚੱਲਦਾ ਫਿਰ ਹੌਲੀ ਹੌਲੀ ਨਸ਼ੇ ਵੱਧਦੇ ਜਾਂਦੇ ਨੇ, ਉਹਦੇ ਮਨ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਜਾਂ ਮਾਪੇ ਨਹੀਂ ਧਿਆਨ ਦਿੰਦੇ ਕਿ ਉਹ ਕਰ ਕੀ ਰਿਹਾ। ਬਿਲਕੁਲ, ਮੈਂ ਤਾਂ ਤੁਹਾਨੂੰ ਵਾਰ-ਵਾਰ ਇਹੀ ਗੱਲ ਤਾਂ ਹੀ ਕਹਿ ਰਹੀ ਹਾਂ ਕਿ ਜਿਹੜਾ ਪੇਰੈਂਟਸ ਦਾ ਰੋਲ ਅਸੀਂ ਮੰਨਫੀ ਕਰ ਦਿੱਤਾ, ਕਿ ਜਿਸ ਢੰਗ ਨਾਲ ਉਹਨਾਂ ਨੇ ਉਹਨੂੰ ਸਹੀ ਸੇਧ ਦੇਣੀ ਸੀ, ਕਿਸ ਤਰੀਕੇ ਦੇ ਇੱਕ ਪੋਜ਼ਿਟਿਵ ਰੋਲ ਮਾਡਲ ਬਣ ਕੇ ਉਹਦੇ ਸਾਹਮਣੇ ਪੇਸ਼ ਹੋਣਾ ਸੀ, ਉਹ ਮੰਨਫੀ ਕਰ ਦਿੱਤਾ। ਅਸੀਂ ਉਹਨਾਂ ਨੂੰ ਖੋਖਲੀਆਂ ਜੜ੍ਹਾਂ ਤੋਂ ਬਗੈਰ ਦਾ ਦਰਖਤ ਤਿਆਰ ਕਰ ਰਹੇ ਹਾਂ, ਜਿਸ ਨੇ ਰੱਤੀ ਮਾਸਾ ਜ਼ਿੰਦਗੀ ਦੇ ਥਪੇੜੇ ਝੱਲ ਨਹੀਂ ਸਕਣੇ। ਕਿਉਂਕਿ ਜਿਹੜਾ ਬੌਂਡ ਹੁੰਦਾ ਜੇ ਨਾ ਪੇਰੈਂਟਸ ਦੇ ਨਾਲ, ਉਹ ਬੱਚੇ ਨੂੰ ਅੱਖ ਦੀ ਸ਼ਰਮ ਹੀ ਬਥੇਰੀ ਹੁੰਦੀ ਜੇ। ਅਸੀਂ ਹੁਣ ਜਿਸ ਢੰਗ ਨਾਲ ਬੱਚਿਆਂ ਨੂੰ ਮੰਦੀ ਸ਼ਬਦਾਵਲੀ, ਗਾਲੀ ਗਲੋਚ ਨਾਲ ਉਹਨਾਂ ਨੂੰ ਐਵੇਂ ਹੀ ਮਤਲਬ ਬਿਨਾਂ ਨਿੱਕੀ-ਨਿੱਕੀ ਗੱਲ ਤੇ ਵੀ ਮਾਂ ਭੈਣ ਦੀ ਗਾਲ ਦੇ ਨਾਲ ਜਦੋਂ ਐਡਰੈਸ ਕਰਨਾ, ਜਾਂ ਉਹਨਾਂ ਨੂੰ ਇਹ ਤਿਰਸਕਾਰ ਦੀ ਨਜ਼ਰ ਨਾਲ, ਉਹ ਤੈਨੂੰ ਕੀ ਆਂਦਾ, ਬਾਹਰ ਨਿਕਲ, ਵੱਡਿਆਂ ਦੀ ਗੱਲ ਚੱਲ ਰਹੀ ਹੈ। ਯਾਨੀ ਉਹਦੀ ਸੈਲਫ ਐਸਟੀਮ ਨੂੰ ਅਸੀਂ ਵਾਰ-ਵਾਰ ਡੇਗਣਾ, ਉਹਨੂੰ ਬੱਚੇ ਨੂੰ ਵੀ ਲੱਗਦਾ ਵੀ ਇਸ ਘਰ ਵਿੱਚ ਤਾਂ ਮੇਰੀ ਬੁੱਕਤ ਹੈ ਹੀ ਨਹੀਂ, ਮੇਰੀ ਤਾਂ ਰੱਤੀ ਇੱਜ਼ਤ ਨਹੀਂ ਕਰਦੇ। ਸੋ ਉਹ ਤਾਂ ਹੀ ਬਾਹਰ ਨੂੰ ਨਿਕਲਦਾ ਜੇ, ਸਗੋਂ ਇਹਨਾਂ ਤੋਂ ਪਰਾਂ ਹੁੰਦਾ ਜੇ ਕਿ ਮੈਂ ਆਪਣੇ ਆਪ ਨੂੰ ਐਸਟੈਬਲਿਸ਼ ਕਰਾਂ ਕਿ ਮੈਂ ਕੋਈ ਅਡਲਟ ਵਾਲੀ ਚੀਜ਼ ਕਰਕੇ ਦਿਖਾਵਾਂ, ਮੈਂ ਆਹ ਜੀ ਸੈਕਸੁਅਲ ਐਕਟੀਵਿਟੀ ਕਰ ਸਕਿਆ, ਮੈਂ ਇਹਨੂੰ ਬੰਦੂਕ ਦੇ ਡਰ ਤੇ ਇਹਨੂੰ ਡਰਾ ਸਕਿਆ, ਮੈਂ ਆਹ ਦੇਖੋ ਡਰੱਗਸ ਲੈ ਸਕਿਆ, ਮੈਂ ਇੱਕੋ ਹੀ ਸਾਹੇ ਦੇਖੋ ਜੀ ਆਹ 3 ਪੈਗ ਮੈਂ ਲਗਾ ਸਕਦਾ। ਯਾਨੀ ਉਹ ਆਪਣੇ ਆਪ ਨੂੰ ਐਸਟੈਬਲਿਸ਼ ਕਰਦਾ ਹੀ ਲੰਘ ਜਾਂਦਾ ਹੈ ਕਿ ਮੈਂ ਹਾਂ, ਮੈਨੂੰ ਗਿਣੋ ਇਸ ਟੱਬਰ ਦੇ ਵਿੱਚ। ਸੋ ਉਹ ਜਿਹੜੀ ਉਹਨੂੰ ਕਮਿਊਨਿਟੀ ਐਕਟੀਵਿਟੀਜ਼ 'ਚ ਪਾਉਣਾ, ਜਿਹੜਾ ਵੀ ਆਓ ਕਿਵੇਂ ਕਿਸੇ ਹੋਰ ਦੀ ਮਦਦ ਕਰਨੀ ਹੈ, ਇਹ ਵਾਲਾ ਤਾਂ ਸਿਸਟਮ ਹੀ ਗਾਇਬ ਕਰਤਾ ਸੀ। ਸਿਰਫ ਇਹ ਕਿਹਾ ਵੀ ਤੂੰ ਕਿਵੇਂ ਚੋਟੀ ਦਾ ਡਾਕਟਰ ਬਣ ਕੇ, ਕਿਵੇਂ ਤੂੰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਕਿਵੇਂ ਛੇਤੀ ਪੈਸੇ ਕਮਾਣੇ ਨੇ, ਕਿਵੇਂ ਤੂੰ ਇੰਜੀਨੀਅਰ ਬਣਨਾ ਤਾਂ ਛੇਤੀ ਪੈਸੇ ਕਮਾਣੇ ਨੇ, ਤੂੰ ਹੁਣ ਜਿਹੜੇ ਵੀ ਯਾਨੀ ਬਿਜ਼ਨਸਮੈਨ ਹੈ ਤਾਂ ਕਿਸ ਤਰੀਕੇ ਦੂਜੇ ਨੂੰ ਨਿਚੋੜਨਾ ਹੈ, ਦੂਜੇ ਨੂੰ ਲੁੱਟਣਾ ਕਿਵੇਂ ਹੈ। ਇਹ ਢੰਗ ਅਸੀਂ ਬਹੁਤ ਸੋਹਣੇ ਸਿਖਾ ਦਿੱਤੇ, ਪਰ ਇਹ ਨਹੀਂ ਸਿਖਾ ਸਕੇ ਕਿ ਭਾਈ ਤੂੰ ਦੂਸਰੇ ਦੀ ਖੁਸ਼ੀ ਵਿੱਚ ਕਦੇ ਖੁਸ਼ ਵੀ ਹੋਣਾ। ਸੋ ਉਹ ਜਿਹੜਾ ਉਹਦੇ ਮਨ ਨੂੰ ਸਹਿਜ ਕਰਨ ਵਾਲਾ, ਭਾਵੇਂ ਉਹ ਤੁਸੀਂ ਗੁਰਦੁਆਰੇ ਮੰਦਿਰ ਦੀ ਗੱਲ ਕਰੋ, ਭਾਵੇਂ ਇੱਕ ਆਪ ਰੋਲ ਮਾਡਲ ਬਣੋ, ਜਾਂ ਫਿਰ ਤੁਸੀਂ ਉਹਨੂੰ ਇਸ ਤਰੀਕੇ ਦੇ ਐਥਲੈਟਿਕਸ ਜਾਂ ਸਪੋਰਟਸ ਵਿੱਚ ਜਿੱਥੇ ਇੱਕ ਸਾਂਝ ਹੁੰਦੀ ਜੇ, ਯਾਨੀ ਇਹੋ ਜਿਹਾ ਤੁਸੀਂ ਵਾਲੀਬਾਲ ਜੇ, ਫੁੱਟਬਾਲ ਜੇ, ਇੱਕ ਟੀਮ ਵਰਕ ਜਿਹਦੇ ਵਿੱਚ ਅਸੀਂ ਬੱਚੇ ਨੂੰ ਪਾਣਾ ਕਿ ਮੈਂ ਰਲ ਕੇ ਕੰਮ ਕਰਨਾ ਜੀ। ਮਿਸਾਲ ਵਜੋਂ ਇਹ ਕਿਉਂ ਪਿੰਡਾਂ ਵਿੱਚ ਵੱਧ ਜੇ, ਕਿ ਦੇਖੋ ਅੱਜ ਹੁਣ ਹੜ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨ ਬੱਚੇ, ਉਹ ਤੁਸੀਂ ਮੋਢੇ-ਮੋਢੇ ਤੱਕ ਪਾਣੀ ਵਿੱਚ ਵੀ ਲੱਗੇ ਪਏ ਨੇ ਕਿ ਹਾਂ ਜੀ ਇਹ ਕੰਮ ਕਰਨਾ ਹੈ, ਅਸੀਂ ਸਾਰਿਆਂ ਨੇ ਰਲ ਕੇ ਕਰਨਾ। ਉਹ ਇੱਕ ਟੀਮ ਵਰਕ ਸਾਡਾ ਹੌਲੀ-ਹੌਲੀ ਮੰਨਫੀ ਹੁੰਦਾ ਜਾਂਦਾ ਜੇ, ਜਿੱਥੇ ਹਰ ਬੱਚਾ ਆਪਣੇ ਆਪ ਵਿੱਚ ਇਕੱਲਾ ਰਹਿ ਗਿਆ। ਇੱਕੋ ਇੱਕ ਬੱਚਾ ਬਹੁਤੇ ਘਰਾਂ 'ਚ ਜੇ, ਉਹਨਾਂ ਘਰਾਂ ਵਿੱਚ ਮਾਂ-ਪਿਓ ਆਪਣੇ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਨੇ। ਉਹਨੂੰ ਇਸੇ ਕਾਰਨ ਉਹਦੇ ਕੋਲ ਪੈਸਾ ਹੈ, ਵੱਡਾ ਘਰ ਹੈ, ਉਹਦੇ ਕੋਲ ਖੁੱਲ੍ਹਾ ਹੈਗਾ ਜੇ ਇੰਟਰਨੈਟ, ਉਹਦੇ ਕੋਲ ਖੁੱਲ੍ਹਾ ਜੇ ਸਭ ਕੁਛ ਵਰਤਣ ਨੂੰ, ਔਨਲਾਈਨ ਸਭ ਕੁਛ ਆਰਡਰ ਹੋ ਸਕਦਾ ਹੈ, ਦੋਸਤ ਨਹੀਂ ਮਿਲਦੇ ਔਨਲਾਈਨ। ਸੋ ਉਹ ਜਿਹੜੀ ਗੱਲ ਸਾਂਝ ਉਹਨੇ ਕੱਢਣੀ ਹੈ, ਜਾਂ ਕਿਸੇ ਨਾਲ ਨਿੱਕੀਆਂ-ਨਿੱਕੀਆਂ ਹਾਸੀਆਂ, ਠੱਠੀਆਂ, ਟਕੋਰਾਂ, ਉਹ ਜਦੋਂ ਮੰਨਫੀ ਹੁੰਦੀਆਂ ਨੇ ਨਾ, ਉਦੋਂ ਬੱਚੇ ਦਾ ਮਨੋਬਲ ਡਿੱਗਦਾ ਜੇ, ਉਹ ਸਹਾਰਾ ਲੱਭਦਾ ਜੇ, ਤੇ ਫਿਰ ਉਹਨੂੰ ਆਸਰਾ ਜਦੋਂ ਇਹਨਾਂ ਪਾਸਿਓਂ ਲੱਭਦਾ ਹੈ ਕਿ ਆਹ ਬੰਦਾ ਮੇਰੇ ਬੜੇ ਖਿਆਲ ਰੱਖ ਰਿਹਾ ਹੈ, ਮੈਨੂੰ ਕਹਿੰਦਾ ਹੈ, ਲੈ ਤੂੰ ਖੁਸ਼ ਹੋ ਸਕਦਾ। ਯਾਨੀ ਖੁਸ਼ੀ ਦਾ ਅਹਿਸਾਸ ਜੇ ਅਸੀਂ ਬੱਚੇ ਨੂੰ ਨਹੀਂ ਦੇ ਸਕਦੇ, ਤਾਂ ਸੱਚ ਜਾਣਿਓ ਜ਼ਿੰਦਗੀ ਦਾ 1/4 ਹਿੱਸਾ ਅਸੀਂ ਉਹਦਾ ਖੋਹ ਲਿਆ। ਅੱਛਾ, ਇਹਦੇ ਵਿੱਚ ਮੈਡਮ ਇੱਕ ਹੋਰ ਗੱਲ ਹੁੰਦੀ ਹੈ, ਸਾਡੇ ਕਲਚਰ ਦਾ, ਸਾਡੇ ਸੱਭਿਆਚਾਰ ਦਾ, ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਕਿ ਅਸੀਂ ਇਹ ਗੱਲ ਕਹਿ ਕੇ ਪੱਲਾ ਝਾੜ ਦਿੰਦੇ ਹਾਂ ਕਿ ਜੀ ਕਰਮਾਂ ਦੀ ਮਾਰ ਹੈ, ਜੇ ਬੱਚਾ ਨਸ਼ਿਆਂ ਵਾਲੇ ਪਾਸੇ ਲੱਗਿਆ ਕਰਮਾਂ ਦੀ ਮਾਰ ਹੈ। ਇੱਕ ਹੋਰ ਅੱਜ ਕੱਲ ਜਿਹੜਾ ਪੱਛਮੀ ਸੱਭਿਆਚਾਰ ਕਰਕੇ ਚੱਲਿਆ, ਉਹਦੇ ਵਿੱਚ ਇਹ ਹੁੰਦਾ ਕਿ ਫਰੀडम ਆਫ ਲਾਈਫ, ਕਈ ਬੱਚੇ ਇਸ ਗੱਲ ਨੂੰ ਆਪ ਆ ਕੇ ਮਾਪਿਓ ਨੂੰ ਕਹਿ ਦਿੰਦੇ ਨੇ ਕਿ ਦੇਖੋ ਜੀ ਵਿਦੇਸ਼ਾਂ 'ਚ ਤਾਂ ਇਦਾਂ, ਤੁਸੀਂ ਕਿਉਂ ਸਾਨੂੰ ਗੁਲਾਮੀ ਵਿੱਚ ਪਾਉਂਦੇ ਹੋ, ਕਿਉਂ ਸਾਨੂੰ ਤੁਸੀਂ ਚਾਹੁੰਦੇ ਹੋ ਕਿ ਜੇ ਤੁਸੀਂ ਸਾਨੂੰ ਜਨਮ ਦਿੱਤਾ ਹੈ ਤੇ ਅਸੀਂ ਤੁਹਾਡੇ ਮੁਤਾਬਕ ਚੱਲੀਏ, ਸਾਡੀ ਵੀ ਕੋਈ ਜ਼ਿੰਦਗੀ ਹੈ। ਤਾਂ ਇਹ ਇੱਕ ਕਲੈਸ਼ ਜਿਹੜਾ ਖੜਾ ਹੋ ਜਾਂਦਾ ਕਿ ਇੱਕ ਪਾਸੇ ਤਾਂ ਗੈਰ ਜ਼ਿੰਮੇਵਾਰ ਹੋਣਾ, ਇਹ ਕਹਿ ਦੇਣਾ ਕਿ ਇਹ ਬੱਚਿਆਂ ਦੇ ਮਤਲਬ ਕਿ ਜੋ ਕੁਝ ਹੋ ਰਿਹਾ ਉਹ ਸਾਡੇ ਕਰਮਾਂ ਦੀ ਸੱਟ ਹੈ ਜਦੋਂ ਨਹੀਂ ਸਾਂਭਲਿਆ ਜਾਂਦਾ, ਤੇ ਦੂਜਾ ਇਹ ਹੁੰਦਾ ਕਿ ਫਰੀडम ਆਫ ਲਾਈਫ ਹੈ, ਅਸੀਂ ਆਪਣੀ ਆਜ਼ਾਦੀ ਦੇ ਵਿੱਚ ਰਹਿਣਾ ਚਾਹੁੰਦੇ ਆ, ਸਾਨੂੰ ਬੰਧਨ ਦੇ ਵਿੱਚ ਨਾ ਪਾਓ। ਬਿਲਕੁਲ, ਇਹੋ ਹੀ ਮੈਂ ਤੁਹਾਨੂੰ ਕਾਰਨ ਦੱਸੇ ਸਨ ਕਿ ਉਹਦੀ ਸੈਲਫ ਆਈਡੈਂਟਿਟੀ, ਜਾਂ ਉਹ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹ ਰਿਹਾ ਹੈ, ਉਹ ਚੀਜ਼ਾਂ ਅਸੀਂ ਗਾਇਬ ਕਰਦੇ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਅਸੀਂ ਬੱਚੇ ਨੂੰ ਜਿਸ ਢੰਗ ਨਾਲ ਪਾਲਣਾ ਚਾਹੀਦਾ ਸੀ, ਜਾਂ ਜਿਸ ਢੰਗ ਨਾਲ ਆਪ ਉਹਦੇ ਅੱਗੇ ਰੋਲ ਮਾਡਲ ਬਣ ਕੇ ਵਿਚਰਨਾ ਚਾਹੀਦਾ ਸੀ, ਉਹ ਤਾਂ ਅਸੀਂ ਹੋਣ ਨਹੀਂ ਦਿੱਤਾ, ਪਰ ਉਹਦੀ ਸੈਪਰੇਟ ਆਈਡੈਂਟਿਟੀ ਵੀ ਹੌਲੀ-ਹੌਲੀ ਖੋ ਰਹੇ ਹਾਂ। ਨੈਚੁਰਲੀ ਉਹਨੇ ਇਸ ਪਾਸੇ ਨੂੰ ਲੱਭਣਾ ਹੀ ਹੈ ਕਿ ਮੈਂ ਆਪਣਾ ਇੰਡੀਪੈਂਡੈਂਟ ਹਾਂ, ਜਿੱਥੇ ਮੈਂ ਆਪਣੀ ਹੋਂਦ ਦਰਸਾ ਸਕਦਾ, ਤਾਂ ਉਹ ਕਰੇਗਾ ਹੀ ਇਹ, ਕਿਉਂਕਿ ਉਹਨੂੰ ਸਿਖਾਇਆ ਹੀ ਇਹ ਗਿਆ, ਮੈਂ ਦੱਬ ਕੇ ਲੰਘਣਾ।
ਸੋ ਇਸੇ ਲਈ ਉਹ ਆਪਣੇ ਆਪ ਨੂੰ ਨਾ ਸਿਰਫ ਅਗਾਂਹ ਵਧੂ ਦਿਖਾਉਣ ਲਈ, ਬਲਕਿ ਦੂਜੇ ਨੂੰ ਨੀਵਾਂ ਦਿਖਾਉਣ ਲਈ ਕਿ ਮੈਂ ਉਸ ਤੋਂ ਟੱਪ ਗਿਆ, ਤਾਂ ਕਿ ਮੈਂ ਆਪਣੇ ਮਾਂ-ਪਿਓ ਦੀਆਂ ਨਜ਼ਰਾਂ 'ਚ ਤੇ ਸਮਾਜ ਦੀਆਂ ਨਜ਼ਰਾਂ 'ਚ ਥੋੜ੍ਹਾ ਉੱਚਾ ਦਿਖਾਂ, ਜਾਂ ਇੱਕ ਭੈ ਪੈਦਾ ਕਰ ਸਕਾਂ ਕਿ ਮੈਂ ਵੀ ਹਾਂ ਤੇ ਆਹ ਕਰ ਸਕਦਾ। ਸੋ ਉਹ ਜਿਹੜਾ ਇਹਨਾਂ ਨੂੰ ਹਥਿਆਰਾਂ ਵੱਲ ਵੀ ਹੌਲੀ-ਹੌਲੀ ਲਿਜਾਂਦਾ ਜੇ, ਉਹਦੇ 'ਚੋਂ ਬੜਾ ਗੌਰਵ ਮਹਿਸੂਸ ਕਰਦੇ ਨੇ ਵੀ ਆਹ ਦੇਖੋ ਮੈਂ ਕਰਤਾ, ਫਿਰ ਡਾਕੇ, ਕਤਲ, ਇਹ ਸਬਸੀਕੁਐਂਟ ਹੁੰਦਾ ਹੈ, ਜਿੱਥੇ ਸੀਰੀਅਲ ਰੇਪਿਸਟ ਵੀ ਨਿਕਲਦੇ ਨੇ, ਸੀਰੀਅਲ ਕਿਲਰਸ ਵੀ ਮਿਲਦੇ ਨੇ, ਗੈਂਗਸਟਰਸ ਵੀ ਬਣਦੇ ਨੇ, ਕਿਉਂਕਿ ਇਹਨਾਂ ਯੂਥ ਨੂੰ ਉਸ ਗਰੁੱਪ ਦੇ ਵਿੱਚੋਂ ਇੱਕ ਦੂਜੇ ਨੂੰ ਸ਼ਾਬਾਸ਼ੀ ਮਿਲਦੀ ਜੇ, ਜਿੱਥੇ ਉਹਨਾਂ ਨੂੰ ਲੱਗਦਾ ਵੀ ਹੁਣ ਚੁਫੇਰੇ ਮੇਰੀ ਧਾਕ ਜੰਮ ਗਈ ਤੇ ਮੈਂ ਬਹੁਤ ਕੁਛ ਕਰ ਗਿਆ। ਜਦਕਿ ਅਸਲੀਅਤ ਉੱਥੋਂ ਕੋਹਾਂ ਦੂਰ ਹੈ ਕਿ ਉਹ ਜ਼ਿੰਦਗੀ ਹੀ ਓਨੀ ਕੁ ਸੀ ਜਿੱਥੇ ਖਤਮ ਹੋ ਗਏ। ਸੋ ਇਹ ਚੀਜ਼ ਜੇ ਅਸੀਂ ਵਾਰ-ਵਾਰ ਛੋਟੀ ਉਮਰੇ ਸਿਖਾ ਸਕੀਏ ਕਿ ਭਾਈ ਇਹ ਰਾਹ ਚੁਣੋਗੇ ਤਾਂ 20-22 ਸਾਲ ਦੀ ਉਮਰ 'ਚ ਮਰ ਜਾਓਗੇ, ਤਾਂ ਤੁਹਾਡੇ ਸਾਹਮਣੇ ਹੈ 100 ਸਾਲ ਜੀਣਾ ਕਿ 20 ਸਾਲ ਜੀਣਾ ਤੇ ਕਿਸ ਢੰਗ ਨਾਲ ਜੀਣਾ, ਉਹ ਰੋਲ ਮਾਡਲ ਤਾਂ ਸਾਨੂੰ ਦਿਖਾਣੇ ਪੈਣਗੇ। ਜੀ ਬਿਲਕੁਲ। ਮੈਂ ਆਖਰੀ ਸਵਾਲ ਕਰਦਾ ਕਿ ਅਸੀਂ ਜੇ ਹੱਲ ਦੀ ਗੱਲ ਕਰੀਏ, ਬਹੁਤ ਮਤਲਬ ਕਿ ਸੈਮੀਨਾਰ ਹੁੰਦੇ ਨੇ, ਜਾਗਰੂਕ ਕੀਤਾ ਜਾਂਦਾ, ਸਰਕਾਰ ਕਹਿੰਦੀ ਹੈ ਕਿ ਨਸ਼ੇ ਨੂੰ ਮੁਕਾ ਦਿਆਂਗੇ, ਸੰਕਲਪ ਤੱਕ ਲੈ ਲਏ ਜਾਂਦੇ ਨੇ ਕਿ ਰੁਕ ਜਾਓ। ਮੁੱਖ ਮੰਤਰੀ ਭਗਵੰਤ ਮਾਨ ਥੋੜੇ ਦਿਨ ਪਹਿਲਾਂ 15 ਅਗਸਤ ਨੂੰ ਕਹਿ ਕੇ ਹਟੇ ਨੇ ਕਿ ਅਸੀਂ ਸੰਕਲਪ ਲੈਂਦੇ ਹਾਂ, ਅਗਲੇ ਸਾਲ ਤੱਕ ਅਸੀਂ ਇਹਦਾ ਹੱਲ ਕੱਢਾਂਗੇ। ਦੂਜਾ ਇਹ ਵੀ ਕਹਿੰਦਾ ਨੀਤੀਆਂ ਤਿਆਰ ਹੋ ਰਹੀਆਂ, ਕੇਂਦਰ ਕਹਿੰਦਾ ਹੈ ਕਿ ਅਸੀਂ ਆਪਣੇ ਵੱਲੋਂ ਇੱਥੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਦਫ਼ਤਰ ਖੋਲ ਰਹੇ ਹਾਂ, ਜਾਂ ਅਸੀਂ ਆਪਣੇ ਤੌਰ ਉੱਤੇ ਕੰਮ ਕਰ ਰਹੇ ਹਾਂ, ਸਾਡੀ BSF ਲੱਗੀ ਆ, ਨਸ਼ੇ ਆ ਰਹੇ ਨੇ, ਰੋਕ ਰਹੇ ਆ, ਪਰ ਕਿੱਥੇ ਕਿਹੜੀਆਂ ਚੋਰ ਮੋਰੀਆਂ ਰਹਿ ਜਾਂਦੀਆਂ ਨੇ ਤੇ ਘਾਟ ਕਿੱਥੇ ਰਹਿ ਜਾਂਦੀ ਹੈ ਸਰਕਾਰਾਂ ਦੇ ਪੱਖ ਦੇ ਉੱਤੇ ਜਾਂ ਹੋਰ ਸਮਾਜਿਕ ਪੱਖ ਦੇ ਉੱਤੇ, ਕਿ ਅਸੀਂ ਇਹਨੂੰ ਠੱਲ ਕਿਵੇਂ ਪਾ ਸਕਦੇ ਹਾਂ? ਇਹੀ ਹੋ ਸਕਦਾ, ਹੋਰ ਤਾਂ ਕੋਈ ਹੱਲ ਨਜ਼ਰ ਨਹੀਂ ਆਉਂਦਾ ਠੱਲ ਪਾਉਣ ਤੋਂ ਇਲਾਵਾ। ਸੁਖਵਿੰਦਰ ਜੀ, ਕਿੰਨੇ ਕੁ ਅੱਜ ਤੱਕ ਪੋਲੀਟੀਸ਼ੀਅਨ, ਕਿੰਨੇ ਕੁ ਪੁਲਿਸ ਦੇ ਅਫਸਰ ਜਿਹੜੇ ਇਸ ਸਾਰੇ ਡਰੱਗ ਮਾਫੀਏ 'ਚ ਸ਼ਾਮਲ ਲੱਭੇ ਗਏ ਆ, ਜਿਨ੍ਹਾਂ ਦੇ ਬਾਰੇ ਪੂਰੀ ਜ਼ੋਰ ਸ਼ੋਰ ਨਾਲ ਪੜਤਾਲ ਤੋਂ ਬਾਅਦ ਉਹਨਾਂ ਤੇ ਉਂਗਲ ਵੀ ਚੁੱਕੀ ਗਈ, ਉਹਨਾਂ 'ਚੋਂ ਕਿੰਨੇ ਕੁ ਫੜੇ ਗਏ? ਯਾਨੀ ਕਹਿਣ ਦਾ ਭਾਵ ਇਹ ਹੈ, ਅਸੀਂ ਦਾਅਵੇ ਜੋ ਮਰਜ਼ੀ ਕਰੀ ਜਾਈਏ, ਫੜਦੇ ਕਿਹਨਾਂ ਨੂੰ ਆ? ਰੋਗੀਆਂ ਨੂੰ। ਉਹ ਤਾਂ ਬਿਮਾਰ ਨੇ ਜਿਹੜੇ ਇਸ ਪਾਸੇ ਵੱਲ ਲੱਗ ਗਏ। ਉਹ ਬੱਚੇ ਜਿਹੜੇ ਇਸ ਦੇ ਆਦੀ ਬਣ ਚੁੱਕੇ ਨੇ, ਹਾਰਡ ਡਰੱਗ ਅਡਿਕਟਸ ਬਣ ਚੁੱਕੇ ਨੇ, ਜਿਨ੍ਹਾਂ ਨੂੰ ਏਡਜ਼ ਦੀ ਬਿਮਾਰੀ ਹੋ ਗਈ, ਹੈਪੇਟਾਈਟਸ ਸੀ ਦੀ ਬਿਮਾਰੀ ਹੋ ਗਈ, ਬੀ ਦੀ ਹੋ ਗਈ, ਉਹ ਰੋਗੀ ਨੇ। ਉਹਨਾਂ ਨੂੰ ਅਸੀਂ ਤਮਾਸ਼ਾ ਬਣਾ ਕੇ, ਵੀਡੀਓਜ਼ ਬਣਾ ਕੇ ਤੇ ਫਿਰ ਬੜਾ ਛਾਤੀ ਥਪਥਪਾਉਂਦੇ ਹਾਂ, ਲਓ ਜੀ ਅਸੀਂ ਫੜ ਲਿਆ ਇੱਕ ਡਰੱਗ ਐਡਿਕਟ ਤੇ ਅਸੀਂ ਅੰਦਰ ਤਾੜ ਦਿੱਤਾ। ਤੇ ਜਿਸ ਢੰਗ ਨਾਲ ਸੱਚ ਜਾਣਿਓ ਅਸੀਂ ਦੇਖਦੇ ਹਾਂ ਨਾ, ਜਦੋਂ ਜੇਲ੍ਹਾਂ 'ਚੋਂ ਲਿਆਂਦੇ ਨੇ, ਕਿਵੇਂ ਉਹ ਤੜਫਦੇ, ਰੋਂਦੇ, ਮੌਤ ਦੇ ਮੂੰਹ ਵੱਲ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਨਸ਼ਾ ਨਹੀਂ ਦਿੱਤਾ ਗਿਆ ਹੁੰਦਾ, ਤੇ ਕਿਵੇਂ ਉਹਦੀ ਤੋੜ ਉਹਨਾਂ ਨੂੰ ਮਾਰ ਮੁਕਾਉਣ ਦੀ ਜੇ ਦੇਖਿਆ ਨਹੀਂ ਜਾਂਦਾ, ਉਹਨਾਂ ਦੀ ਤੜਫਣ। ਇਹ ਸਜ਼ਾ ਦੇ ਹੱਕਦਾਰ ਨਹੀਂ। ਜਿਨ੍ਹਾਂ ਨੂੰ ਸਜ਼ਾ ਦੇਣੀ ਬਣਦੀ ਜੇ, ਉਹ ਤਾਂ ਆਰਾਮ ਨਾਲ ਏਸੀ ਕਮਰਿਆਂ ਵਿੱਚ ਸਗੋਂ ਚੁਫੇਰੇ ਪੂਰੇ ਢੇਰ ਲਾ ਕੇ ਆਪਣੇ ਹੀ ਯਾਨੀ ਇਹੋ ਜਿਹੇ ਲੋਕਾਂ ਦਾ, ਜਿਨ੍ਹਾਂ ਨੂੰ ਬੰਦੂਕਾਂ ਫੜਾ ਦਿੱਤੀਆਂ ਗਈਆਂ ਨੇ ਕਿ ਸਾਡੀ ਰੱਖਿਆ ਤੇ ਖੜੇ ਹੋ ਜਾਓ, ਉਹ ਪੁਲਿਸ ਮੁਲਾਜ਼ਮ ਤਾਂ ਉਹਨਾਂ ਨੂੰ ਸਗੋਂ ਬਚਾ ਕੇ ਬੈਠੇ ਨੇ, ਤੇ ਅਸੀਂ ਫੜ ਕਿਹਨਾਂ ਨੂੰ ਰਹੇ ਹਾਂ? ਤੇ ਜਦੋਂ ਤੱਕ ਅਸਲੀ ਬਿਮਾਰੀ ਨਾ ਫੜੀ ਜਾਵੇ, ਇਲਾਜ ਨਹੀਂ ਜੇ ਹੋ ਸਕਦਾ। ਮੈਂ ਤੁਹਾਨੂੰ ਸਹੀ ਦੱਸ ਰਹੀ ਹਾਂ ਬਤੌਰ ਇੱਕ ਡਾਕਟਰ, ਕਿ ਜੇ ਤੁਸੀਂ ਬਿਮਾਰੀ ਹੋਈ ਨਹੀਂ ਲੱਭੀ, ਕਰੋੜਾਂ ਦੀ ਦਵਾਈ ਵੀ ਦੇ ਦਿਓ, ਠੀਕ ਨਹੀਂ ਹੋਣੀ। ਤੁਸੀਂ 2 ਹਫ਼ਤਿਆਂ ਦੀ ਗੱਲ ਕਰੋ, ਮਹੀਨੇ ਦੀ ਕਰੋ, 6 ਮਹੀਨੇ ਦੀ, ਸਾਲ ਨੂੰ, ਇਹ ਨਸ਼ਾ ਨਹੀਂ ਜੇ ਮੁੱਕਣਾ, ਜਦ ਤੱਕ ਨਸ਼ੇ ਦੇ ਅਸਲੀ ਤਸਕਰ ਜੋ ਸੁਰੱਖਿਆ ਹੇਠ ਅੰਦਰ ਆਰਾਮ ਨਾਲ ਮੌਜਾਂ ਮਾਣ ਰਹੇ ਨੇ, ਲੋਕਾਂ ਦਾ ਲਹੂ ਚੂਸ ਰਹੇ ਨੇ, ਲੋਕਾਂ ਦੇ ਘਰਾਂ 'ਚ ਪੱਥਰ ਵਿਛਾ ਰਹੇ ਨੇ, ਜਦ ਤੱਕ ਉਹ ਲੋਕ ਨਹੀਂ ਨਾ ਫੜੇ ਜਾਂਦੇ, ਇਹ ਨਸ਼ੇ ਦੇ ਆਦੀਆਂ ਨੂੰ ਫੜ ਕੇ ਨਸ਼ਾ ਨਹੀਂ ਜੇ ਖਤਮ ਹੋਣਾ। ਇਹਦਾ ਮਤਲਬ ਤਾਂ ਉਹੀ ਹੈ, ਗਰੀਬੀ ਖਤਮ ਕਰਨੀ ਹੈ ਤਾਂ ਗਰੀਬ ਮਾਰ ਦਿਓ। ਇਹ ਕੋਈ ਸਹੀ ਢੰਗ ਨਹੀਂ ਹੁੰਦਾ। ਸੋ ਫੜੀਏ ਅਸੀਂ, ਜਦ ਤੱਕ ਤਸਕਰਾਂ ਨੂੰ ਫੜ ਕੇ ਅੰਦਰ ਨਹੀਂ ਕਰਦੇ, ਉਹ ਸਪਲਾਈ ਚੇਨ ਜਦ ਤੱਕ ਨਹੀਂ ਤੋੜਦੇ, ਉਦੋਂ ਤੱਕ ਖਿਮਾ ਕਰਿਓ, ਇਹ ਨਸ਼ੇ ਨਹੀਂ ਜੇ ਰੁਕ ਸਕਦੇ। ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਸ਼ਿੰਦਰ ਕੌਰ ਜੀ। ਨਸ਼ਿਆਂ ਨੂੰ ਲੈ ਕੇ ਲਗਾਤਾਰ ਜੋ ਸਵਾਲ ਉੱਠਦੇ ਨੇ, ਉਹਨਾਂ ਤੇ ਅਸੀਂ ਚਰਚਾ ਕੀਤੀ ਹੈ। ਖਾਸ ਗੱਲ ਜੋ ਅਸੀਂ ਬੱਚਿਆਂ ਦਾ ਟੌਪਿਕ ਉਹ ਇਸ ਕਰਕੇ ਲਿਆ ਕਿ ਸਕੂਲਾਂ ਤੱਕ ਨਸ਼ਾ ਪਹੁੰਚ ਰਿਹਾ,
ਗਵਰਨਰ ਸਾਹਿਬ ਵੀ ਦਾਅਵਾ ਕਰਦੇ ਨੇ, ਸਰਕਾਰਾਂ ਵੀ ਮੰਨਦੀਆਂ, ਪਹੁੰਚ ਰਿਹਾ, ਪਰ ਕਾਰਨ ਕੀ ਆ? ਇਹਦੇ ਪਿੱਛੇ ਹੋਰ ਬਹੁਤ ਮਤਲਬ ਕਿ ਸਵਾਲ ਨੇ ਜਿਹੜੇ ਸਾਹਮਣੇ ਆਉਣੇ ਚਾਹੀਦੇ ਨੇ। ਸਮੇਂ-ਸਮੇਂ ਤੇ ਉਹ ਚਰਚਾ ਚੱਲਦੀ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਕਿਉਂਕਿ ਆਮ ਲੋਕਾਂ ਤੱਕ, ਜਿਹੜੇ ਦਰਸ਼ਕ ਨੇ ਜਾਂ ਹੋਰ ਆਮ ਲੋਕ ਨੇ, ਉਹਨਾਂ ਤੱਕ ਵੀ ਇਹੋ ਜਿਹੀਆਂ ਰਿਪੋਰਟਾਂ ਪਹੁੰਚਦੀਆਂ ਨੇ ਕਿ ਕਿਵੇਂ ਨਸ਼ਾ ਪਹੁੰਚਿਆ, ਜਾਂ ਉਹਨਾਂ ਦੇ ਮਾਈਂਡ ਵਿੱਚ ਵੀ ਕੋਈ ਇਹੋ ਜਿਹਾ ਪਲਾਨ ਹੁੰਦਾ ਕਿ ਇਸ ਤਰੀਕੇ ਨਾਲ ਤੁਸੀਂ ਨਸ਼ੇ ਨੂੰ ਠੱਲ ਪਾ ਸਕਦੇ ਹੋ। ਤੇ ਉਮੀਦ ਕਰਦੇ ਹਾਂ ਕਿ ਇਹ ਚਰਚਾ ਸਰਕਾਰ ਤੱਕ ਪਹੁੰਚੇਗੀ ਤੇ ਜਿਹੜਾ ਸੁਚੱਜਾ ਹੱਲ ਹੋਏਗਾ ਉਸ ਪਾਸੇ ਵੱਲ ਨੂੰ ਤੁਰਿਆ ਜਾਏਗਾ, ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਮੁਕਤ ਹੋ ਸਕੇ। ਵਿਚਾਰ ਕਮੈਂਟ ਜ਼ਰੂਰ ਕਰਿਓ। ਧੰਨਵਾਦ।